Now I would like to invite Professor Ravinder Singh, Department of Punjabi, Dayal Singh College, University of Delhi, for the lecture. Professor Ravinder Singh. Thank you, organizers, Dr. Sanjay Sharma ji, Dr. Raj Kumar and Dr. Amit ji, and special thanks to Pooja Prashar ji for inviting me in this international conference. Thank you, Pooja. मेरा ख्याल मैं पंजाबी और हिंदी ਵਿੱਚ ਬੋਲਾਂ ਕਿਉਂਕਿ ਕੁਝ ਕਮੈਂਟਸ ਇਹਦੇ ਵਿੱਚ ਆ ਰਹੇ ਸੀ ਕਿ ਹਿੰਦੀ ਵਿੱਚ ਵੀ ਕੁਝ ਲੋਕ ਸੁਣਨਾ ਚਾਹੁੰਦੇ ਨੇ ਸੋ I think हाँ जी सर ਤੁਸੀਂ ਮਿਕਸ ਕਰ ਸਕਦੇ ਹੋ ਲੈਂਗੁਏजेस both languages ਮਿਕਸ ਕਰ ਸਕਦੇ ਓਕੇ ਸੋ ਇਹ ਜਿਹੜਾ ਮੈਨੂੰ ਇਸ ਵਾਸਤੇ ਇੱਕ ਮੇਰਾ ਟੌਪਿਕ ਹੈ ਉਹ ਹੈਗਾ ਰੀਕਲੇਮਿੰਗ ਦ ਹਿਸਟਰੀ ਆਫ ਪੰਜਾਬ ਇਹ ਜਿਹੜਾ ਤੁਹਾਡੀ ਇੰਟਰਨੈਸ਼ਨਲ ਕਾਨਫਰੰਸ ਦੇ ਮੇਨ ਥੀਮ ਟੌਪਿਕ ਜਿਹੜਾ ਹੈਗਾ ਲੈਗੇਸੀ ਐਂਡ ਰੈਲੀਵੈਂਸ ਉਹਦੇ ਨਾਲ ਵੀ ਇਹ ਜ਼ਿਆਦਾ ਰਿਲੇਟ ਕਰ ਰਿਹਾ ਜਿਹੜੀ ਮੈਂ ਆਪਣੀ ਗੱਲ ਸ਼ੁਰੂ ਕਰਨਾ ਚਾਹੁੰਦਾ ਉਹ ਹੈ ਕਿ ਜੋ ਪ੍ਰੋਬਲਮੈਟਿਕ ਹਿਸਟੋਰੀਓਗ੍ਰਾਫੀ ਦੀ ਹੈ ਪੰਜਾਬ ਦੀ ਹਿਸਟਰੀ ਬਾਰੇ ਹੈ ਸਭ ਤੋਂ ਵੱਡਾ ਕੁਐਸਚਨ ਤਾਂ ਇਹੀ ਆਉਂਦਾ ਹੈ ਕਿ what constitutes ਪੰਜਾਬ ਵੀ ਪੰਜਾਬ ਹੈ ਕੀ ਬੇਸਿਕਲੀ ਜਿਹੜਾ ਹਿਸਟਰੀ ਹੈ ਉਹ ਸਾਡੀ ਇੱਕ ਆਈਡੈਂਟੀਟੀ ਨੂੰ ਕਨਸਟੀਟਿਊਟ ਕਰ ਰਿਹਾ ਹੁੰਦਾ ਵਿਦਆਊਟ ਆਈਡੈਂਟੀਟੀ ਹਿਸਟਰੀ ਨੂੰ ਸਟੱਡੀ ਕਰਨ ਦਾ ਜਾਂ ਉਹਨੂੰ ਗੈਦਰ ਕਰਨ ਦਾ ਉਹਨੂੰ ਨੈਰੇਟਾਈਜ਼ ਕਰਨ ਦਾ ਕੋਈ ਪਰਪਸ ਨਹੀਂ ਰਹਿੰਦਾ ਕਿਉਂਕਿ ਜਿੱਥੇ ਦੀ ਵੀ ਜਿਓਗ੍ਰਾਫੀਕਲ ਹੋਏ ਪੋਲੀਟੀਕਲ ਹੋਏ ਕਲਚਰਲ ਹੋਏ ਸੋਸ਼ਲ ਹਿਸਟਰੀ ਕਿਸੇ ਦੀ ਵੀ ਗੱਲ ਕਰਨੀ ਹੈ ਤਾਂ ਸਾਡੇ ਬੈਕ ਆਫ ਮਾਈਂਡ ਇਹ ਹੈ ਕਿ ਉਸ ਥਾਂ ਦੀ ਉਸ ਕਲਚਰ ਦੀ ਉਸ ਸੋਸਾਇਟੀ ਦੀ ਆਈਡੈਂਟੀਟੀ ਕੀ ਕਨਸਟੀਟਿਊਟ ਹੋਈ ਹੈ ਸੋ ਸਭ ਤੋਂ ਵੱਡਾ ਜਿਹੜਾ ਇਹਦੇ ਵਿੱਚ ਪ੍ਰੋਬਲਮ ਹੈ ਉਹ ਹੈ ਪੰਜਾਬ ਦੀ ਜਿਓਗ੍ਰਾਫੀਕਲ ਸੋਸ਼ਲ ਕਲਚਰਲ ਔਰ ਬੇਸਿਕਲੀ ਸਿਵਲਾਈਜੇਸ਼ਨਲ ਜਿਹੜੀ ਹਿਸਟਰੀ ਦੀ ਗੱਲ ਕਰਦੇ ਅਸੀਂ ਜੇ ਪ੍ਰੈਜ਼ੈਂਟ ਕੰਟੈਕਸਟ ਦੇ ਵਿੱਚ ਜੇ ਆਨਲਾਈਨ ਇੱਥੇ ਸਾਡੇ ਗੂਗਲ ਮੀਟ ਦੇ ਵਿੱਚ ਅਰਾਊਂਡ 100 ਪਾਰਟਿਸਪੈਂਟਸ ਹੈ ਕੁਝ ਫੇਸਬੁੱਕ ਤੇ ਵੀ ਹੋਣਗੇ ਜੇ ਮੈਂ ਉਹਨਾਂ ਨੂੰ ਕੁਐਸਚਨ ਕਰਾਂ ਕਿ ਤੁਸੀਂ ਪੰਜਾਬ ਬਾਰੇ ਜਾਂ ਪੰਜਾਬ ਦੀ ਹਿਸਟਰੀ ਬਾਰੇ ਕੀ ਜਾਣਦੇ ਹੋ ਮੋਟਾ ਆਈਡੀਆ ਤੁਸੀਂ 47 ਤੱਕ ਆ ਜਾਏਗਾ ਉਸ ਤੋਂ ਬਾਅਦ ਜਾਈਏ ਤਾਂ ਮਹਾਰਾਜਾ ਰਣਜੀਤ ਸਿੰਘ ਤੱਕ ਹੱਦ ਉਸ ਤੋਂ ਵੀ ਟੱਪ ਜਾਓਗੇ ਤਾਂ ਗੁਰੂਆਂ ਦੀ ਹਿਸਟਰੀ ਤੱਕ ਮਤਲਬ ਬੇਸਿਕਲੀ ਪੰਜਾਬ ਇੱਕ ਸਿੱਖ ਪੰਜਾਬ ਜਿਹੜਾ ਇੱਕ ਪਾਰਟ ਬਣ ਗਿਆ ਕਲਚਰਲ ਐਂਡ ਸੋਸ਼ਲ ਉਹਦੇ ਤੇ ਪਰ ਕੀ 400 ਸਾਲ ਜਾਂ 500 ਸਾਲ ਦੀ ਹਿਸਟਰੀ ਇਜ਼ ਗੁੱਡ ਐਨਫ ਟੂ ਮੇਕ ਦ ਹਿਸਟਰੀ ਆਫ ਪੰਜਾਬ ਇਹਦੀ ਲੀਗੇਸੀ ਕਿਉਂਕਿ ਜੋ ਪੰਜਾਬ ਦਾ ਲੈਂਡ ਹੈ ਜਿਓਗ੍ਰਾਫੀਕਲ ਜੋ ਇਹ ਇੱਕ ਏਰੀਆ ਹੈ ਉਹ ਬਹੁਤ ਹੀ ਵਾਸਟ ਏਰੀਆ ਜਿਹੜਾ ਨਾ ਹਿਸਟੋਰੀਕਲੀ ਇਹਨੂੰ ਅਸੀਂ ਕਹਿ ਸਕਦੇ ਹਾਂ ਜਦੋਂ ਅਸੀਂ ਕਲੇਮ ਕਰਦੇ ਹਾਂ ਕਿ ਨੋਨ ਹਿਸਟਰੀ ਜਿਹੜੀ ਪੰਜਾਬ ਦੀ ਇਸ ਲੈਂਡ ਦੀ ਹੈ ਇਟ ਗੋਜ਼ ਅਰਾਊਂਡ 7000 or 10,000 BC ਜਿਹਦੇ ਸਾਨੂੰ ਐਵੀਡੈਂਸ ਵੀ ਮਿਲਦੇ ਆ ਕਿ ਉਹਨੂੰ ਐਵੀਡੈਂਸ ਅਸੀਂ ਮੰਨਦੇ ਹਾਂ ਜਾਂ ਨਹੀਂ ਮੰਨਦੇ ਇਹ ਵੀ ਜਿਹੜੇ ਆ ਨਾ ਸਾਡੀ ਪ੍ਰੈਜ਼ੈਂਟ ਹਿਸਟੋਰੀਓਗ੍ਰਾਫੀ ਦੀ ਡਿਬੇਟ ਦੇ ਵਿੱਚ ਆਉਂਦੇ ਇਹਦੇ ਪੈਰਲਲ ਜੋ ਮੈਂ ਇੱਕ ਆਰਗੂਮੈਂਟ ਲੈਣਾ ਕਿ ਹਿਸਟਰੀ ਐਂਡ ਇਤਿਹਾਸ ਇਹ ਦੋ ਜਿਹੜੇ ਆ ਨਾ ਅਲੱਗ-ਅਲੱਗ ਡਿਫਰੈਂਟ ਵਰਜ਼ਨਸ ਹੈ ਸਾਡੀ ਨੈਰੇਟੋਲੋਜੀ ਦੇ ਜਿਹੜੇ ਹਿਸਟਰੀ ਦੇ ਔਰ ਇਹਦੇ ਵਿੱਚ ਹੀ ਸਾਰਾ ਜਿਹੜਾ ਨਾ ਸਾਡੀ ਆਪਣੀ ਹਿਸਟਰੀ ਦੀ ਪ੍ਰੋਬਲਮਸ ਪਈਆਂ ਜਿਹੜੀ ਸਾਨੂੰ ਇੱਕ ਲੀਗੇਸੀ ਤੋਂ ਸਾਡੀ ਪ੍ਰੈਜ਼ੈਂਟ ਟਾਈਮ ਦੇ ਉਹਦੇ ਵਿੱਚ ਰੈਲੀਵੈਂਸ ਦੇਖਣ ਤੋਂ ਸਾਨੂੰ ਇੱਕ ਤਰ੍ਹਾਂ ਨਾਲ ਰੋਕਦੇ ਅਸੀਂ ਜਦੋਂ ਵੀ ਹਿਸਟਰੀ ਦੀ ਗੱਲ ਕਰਾਂਗੇ ਵਿਦਆਊਟ ਐਨੀ ਮਤਲਬ ਕਿਸੇ ਨੂੰ ਕੋਟ ਕੀਤੇ ਬਿਨਾ ਡਾਕਟਰ ਗੁਰਿੰਦਰ ਮਾਨ ਹੋਰਾਂ ਨੇ ਜਿਵੇਂ ਸਿੱਖ ਹਿਸਟਰੀ ਔਰ ਮਿਊਜ਼ੀਅਮ ਦੀ ਗੱਲ ਕੀਤੀ ਆਪਣਾ ਇੱਕ ਪ੍ਰੈਜੈਂਟੇਸ਼ਨ ਬਹੁਤ ਖੂਬਸੂਰਤ ਦਿੱਤੀ ਮੈਨੂੰ ਵੀ ਉਹ ਸਾਰਾ ਕੁਝ ਉੱਥੇ ਦੇਖਣ ਦਾ ਮੌਕਾ ਮਿਲਿਆ ਤੇ ਗੁਰਿੰਦਰ ਮਾਨ ਜੀ ਜਿਹੜੇ ਕੈਲੀਫੋਰਨੀਆ ਤੋਂ ਸੀ ਉਹਨਾਂ ਨਾਲ 2017 ਦੀ ਪੰਜਾਬ ਦੇ ਕੈਲੀਫੋਰਨੀਆ ਤੋਂ ਸੀ ਉਹਨਾਂ ਨਾਲ 2017 ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਗੱਲ ਕਰ ਰਹੇ ਸੀ ਤਾਂ ਉਸ ਕਾਨਫਰੰਸ ਮੈਂ ਵੀ ਸੀਗਾ ਉਹਨਾਂ ਦੇ ਨਾਲ ਉਹਨਾਂ ਦੇ ਅੰਡਰ ਮੈਨੂੰ ਪ੍ਰੈਜੈਂਟੇਸ਼ਨ ਦਾ ਦੇਣ ਦਾ ਮੌਕਾ ਵੀ ਮਿਲਿਆ ਸੀ ਸੋ ਇਹ ਡਿਬੇਟ ਜਿਹੜੀ ਹੈ ਕਿ ਪੰਜਾਬ ਨੂੰ ਅਸੀਂ ਕਿੱਥੋਂ ਸ਼ੁਰੂ ਕਰੀਏ ਉਹਦੀ ਜਿਹੜੀ ਹਿਸਟਰੀ ਹੈ
ਉਹਦੀ ਬੁਨਿਆਦ ਅਸੀਂ ਕਿੱਥੋਂ ਬੰਨੀਏ। ਸੋ ਸਭ ਤੋਂ ਪਹਿਲਾ ਕੁਐਸਚਨ ਇਹ ਹੁੰਦਾ ਕਿ ਅਸੀਂ ਹਿਸਟਰੀ ਨੂੰ ਕਿਸ ਤਰ੍ਹਾਂ ਮੰਨਦੇ ਹਾਂ ਔਰ ਕੀ ਲੈਂਦੇ ਹਾਂ। ਜਦੋਂ ਅਸੀਂ ਦੂਸਰੀ ਚੀਜ਼ ਦੇ ਵਿੱਚ ਲਈਏ ਕਿ ਉਹਦੀ ਰੈਲੀਵੈਂਸ ਦੀ ਗੱਲ ਹੈ। ਰੈਲੀਵੈਂਸ ਮੀਨਸ ਕਿ ਪ੍ਰੈਜ਼ੈਂਟ ਟਾਈਮ ਦੇ ਵਿੱਚ ਰੈਲੀਵੈਂਸ ਜੇ ਕਰੀਏ ਤਾਂ ਕਿਹੜੇ ਐਲੀਮੈਂਟਸ ਦੀ ਰੈਲੀਵੈਂਸ। ਸੋ ਪ੍ਰੈਜ਼ੈਂਟ ਟਾਈਮ ਦੇ ਵਿੱਚ ਜੋ ਹਿਸਟੋਰੀਓਗ੍ਰਾਫੀ ਹੈ, ਹਿਸਟਰੀ ਜੋ ਕਨਸਟੀਟਿਊਟ ਹੋਈ ਹੈ, ਤਾਂ ਬੇਸਿਕਲੀ ਉਹ ਪੋਸਟ ਕੋਲੋਨੀਅਲ ਪੀਰੀਅਡ। ਹੁਣ ਅਸੀਂ ਇੱਕ ਦੋ ਚੀਜ਼ਾਂ ਜਿਹੜੀਆਂ ਨਾ ਪਹਿਲਾਂ ਮੈਨੂੰ ਲੱਗਦਾ ਉਹਨੂੰ ਕਲੈਰੀਫਾਈ ਕਰ ਲਈਏ, ਕਲੀਅਰ ਕਰ ਲਈਏ, ਜੋ ਮੇਰੇ ਮਾਈਂਡ 'ਚ ਜੋ ਮੇਰਾ ਪਰਸੈਪਸ਼ਨ ਬਣਦਾ ਕਿ ਕੋਲੋਨੀਅਲ ਪੀਰੀਅਡ ਦੇ ਵਿੱਚ ਮੈਕੌਲੇ ਨੇ ਜਿਸ ਐਜੂਕੇਸ਼ਨ ਪਾਲਿਸੀ ਦੇ ਨਾਲ ਕੋਲੋਨਾਈਜ਼ ਕੀਤਾ, ਉਹਨੇ ਬੇਸਿਕਲੀ ਸਾਡੀ ਆਈਡੈਂਟੀਟੀ ਨੂੰ ਬ੍ਰੇਕ ਕਰਨ ਵਾਸਤੇ ਉਹਨੇ ਹਿਸਟਰੀ ਦੇ ਉੱਪਰ ਸਾਡੀ ਜਿਹੜੀ ਇੱਕ ਪਾਸਟ ਹੈ, ਸਾਡਾ ਟ੍ਰੈਡੀਸ਼ਨ ਹੈ, ਉਹਨੂੰ ਬ੍ਰੇਕ ਕੀਤਾ, ਤੋੜਿਆ, ਜੋ ਕਿ ਕੰਟੀਨਿਊਟੀ ਦੇ ਵਿੱਚ ਸੀਗਾ। ਸਿਰਫ ਤੋੜਿਆ ਹੀ ਨਹੀਂ, ਉਹਦੇ ਵਿੱਚ ਉਹਨਾਂ ਨੇ ਹਿਸਟਰੀ ਤੋਂ ਇਲਾਵਾ ਉਹਦੇ ਨਾਲ ਜੁੜੇ ਹੋਏ ਜਿਹੜੇ ਕਲਚਰ ਐਂਡ ਸਾਡਾ ਸੋਸ਼ਲ ਸਟਰਕਚਰ ਹੈ, ਉਹਨੂੰ ਫਰਦਰ ਬ੍ਰੇਕ ਕਰਨ ਵਾਸਤੇ, ਬਿਕੋਜ਼ ਦੇ ਹੈਡ that thing in mind to rule this country for long time। ਤੋਂ ਸਭ ਤੋਂ ਪਹਿਲਾਂ ਉਹਨਾਂ ਹੁੰਦਾ ਹੈ ਕਿ ਅਸੀਂ ਜੋ ਇੱਕ ਸਾਡੀ ਸੈਲਫ ਰਿਸਪੈਕਟ ਹੈ, ਜੋ ਸਾਡਾ ਇੱਕ ਕੌਨਫੀਡੈਂਸ ਹੈ, ਉਹ ਬ੍ਰੇਕ ਹੋਏਗਾ ਜੇ ਅਸੀਂ ਆਪਣੇ ਆਪ ਤੋਂ ਨਫ਼ਰਤ ਕਰਨੀ ਸ਼ੁਰੂ ਕਰ। ਸੋ ਵਿਦ ਦਿਸ ਰੀਜ਼ਨ ਉਹਨਾਂ ਨੇ ਸਾਡੀ ਜਿਹੜੀਆਂ ਪ੍ਰਥਾਵਾਂ ਨੂੰ ਤਾਂ ਡ੍ਰੌਪ ਕਰ ਦਿੱਤਾ, ਟ੍ਰੈਡੀਸ਼ਨਸ ਦੇ ਵਿੱਚੋਂ ਕੁਪ੍ਰਥਾਵਾਂ ਨੂੰ ਪ੍ਰਥਾਵਾਂ ਬਣਾ ਕੇ ਕਿ ਇੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ, ਸਤੀ ਪ੍ਰਥਾ ਹੈ ਔਰ ਬਾਲ, ਮਤਲਬ ਜੋ ਵੀ ਉਹਦੇ 'ਚ ਸੋਸ਼ਲ ਉਹਨਾਂ ਨੂੰ ਪ੍ਰੋਜੈਕਟ ਕਰਕੇ, ਜਿਹਦੇ ਵਿੱਚ ਜਾਤੀ ਪ੍ਰਥਾ ਵਗੈਰਾ ਸਾਰਾ ਮਨੂ ਸਮ੍ਰਿਤੀ ਦਾ ਟਾਈਮ ਉਹਨੂੰ ਉਗਾੜਿਆ ਗਿਆ। ਬੇਸਿਕਲੀ ਮੇਰਾ ਪੁਆਇੰਟ ਆਫ ਵਿਊ ਤਾਂ ਇਹ ਸੀਗਾ ਕਿ ਮਨੂ ਸਮ੍ਰਿਤੀ ਦੀ ਜਿਹੜੀ ਹਿਸਟੋਰੀਕਲ ਵੈਲਿਊ ਸਿਰਫ ਇੰਨੀ ਹੈ ਕਿ ਉਹ ਡਿਸਕ੍ਰਿਪਟਿਵ ਹੈ, ਪ੍ਰਿਸਕ੍ਰਿਪਟਿਵ ਨਹੀਂ ਹੈ। ਸੋ ਦਿਸ ਇਜ਼ ਅ ਬੇਸਿਕ ਪੁਆਇੰਟ ਕਿ ਇੱਕ ਡਿਸਕ੍ਰਿਪਟਿਵ ਟੈਕਸਟ ਜਿਹੜਾ ਉਹਨਾਂ ਨੇ ਉਸ ਟਾਈਮ ਦਾ ਜੋ ਹੋ ਰਿਹਾ ਸੀਗਾ ਉਹਨੂੰ ਲਿਖਿਆ ਗਿਆ, ਉਹਨੂੰ ਇਹਨਾਂ ਨੇ ਕਿਹਾ ਵੀ ਇਹ ਪ੍ਰਿਸਕ੍ਰਿਪਟਿਵ ਹੈ, ਵੀ ਇਹ ਇਸੇ ਤਰ੍ਹਾਂ ਹੀ ਇਹਦੇ ਵਿੱਚ ਲਿਖਿਆ ਗਿਆ ਤੇ ਇਸ ਤਰ੍ਹਾਂ ਹੋਣਾ ਚਾਹੀਦਾ, ਜਿਵੇਂ ਕਿ ਕੋਈ ਗ੍ਰੰਥ ਬਣ ਗਿਆ। ਸੋ ਇਹਨੂੰ ਇਹ ਅਲੱਗ ਡਿਬੇਟ ਹੈ, ਲੇਕਿਨ ਇਹ ਹਿਸਟਰੀ ਦੇ ਵਿੱਚ ਮੈਟਰ ਕੀਤੀ, ਜਿਹਨੇ ਕਿ ਸਾਡੀ ਕੋਲੋਨੀਅਲ ਹਿਸਟਰੀ ਦਾ ਪੂਰਾ ਇੱਕ ਪੈਟਰਨ ਚੇਂਜ ਕਰ ਦਿੱਤਾ। ਸਾਨੂੰ ਕਿਸ ਤਰ੍ਹਾਂ ਸਾਡੀ ਆਇਡੈਂਟੀਟੀ ਹੋਏਗੀ ਆਉਣ ਵਾਲੇ ਟਾਈਮ ਦੇ ਵਿੱਚ, ਇੱਕ ਬੇਸਿਕ ਜਿਹੜਾ ਐਲੀਮੈਂਟ ਇਹ ਸੀ। ਦੂਸਰਾ ਹੈ ਕਿ ਪੋਸਟ ਕੋਲੋਨੀਅਲ ਸਟੱਡੀਜ਼ ਦੇ ਵਿੱਚ ਥੋੜੀ ਸ਼ੇਅਰ ਕਰਦਾ, ਕਿਉਂਕਿ ਟਾਈਮ ਘੱਟ ਹੈ, ਮੈਂ ਤਾਂ ਥੋੜਾ ਜਿਹਾ ਤੇਜ਼ ਜਾਵਾਂਗਾ ਤਾਂ ਕਿ ਅਸੀਂ ਕੁਐਸਚਨ ਆਨਸਰ ਦੇ ਵਿੱਚੋਂ ਇਹਨੂੰ ਹੋਰ ਅੱਗੇ ਐਕਸਪੈਂਡ ਕਰ ਸਕੀਏ। ਜਿਹੜਾ ਰਪਚਰ ਹੁੰਦਾ ਕਿ ਇੱਕ ਕੰਟੀਨਿਊਟੀ ਦੇ ਵਿੱਚ ਇੱਕ ਚੀਜ਼ ਚੱਲ ਰਹੀ ਹੈ ਔਰ ਉਸ ਤੋਂ ਬਾਅਦ ਵੱਡਾ ਗੈਪ ਆ ਗਿਆ, ਔਰ ਉਸ ਤੋਂ ਬਾਅਦ ਧਾਰਾ ਜਿਹੜੀ ਹੈ ਉਹ ਬਿਲਕੁਲ ਡਿਫਰੈਂਟ ਡਾਇਰੈਕਸ਼ਨ ਦੇ ਵਿੱਚ ਚਲੀ ਗਈ। ਜਿਵੇਂ ਕਿ ਇਸ ਜਗ੍ਹਾ ਦੀ, ਇਸ ਜੀਓਗ੍ਰਾਫੀਕਲ ਏਰੀਆ ਦੀ, ਜਿਹਨੂੰ ਅਸੀਂ ਪੰਜਾਬ ਕਹਿੰਦੇ ਹਾਂ, ਕਦੇ ਸਪਤ ਸਿੰਧੂ ਸੀਗਾ। ਜਦੋਂ ਇਹਨੂੰ ਡਿਫਾਈਨ ਕਰਨਾ ਸ਼ੁਰੂ ਕੀਤਾ ਗਿਆ ਤਾਂ ਇਸ ਪੂਰਾ ਏਰੀਆ ਨੂੰ ਪੁਰਾਣੇ ਟਾਈਮ ਦੇ ਵਿੱਚ ਸਿੰਧੂ ਘਾਟੀ ਸੱਭਿਅਤਾ ਦੇ ਨਾਮ ਤੋਂ ਜਾਣਿਆ ਗਿਆ। ਅਸੀਂ ਸਾਰੇ ਜਾਣਦੇ ਹਾਂ, ਅਸੀਂ ਅਜੇ ਵੀ ਜਦੋਂ ਹਿੰਦ ਦੀ ਗੱਲ ਕਰਦੇ ਹਾਂ ਤਾਂ ਇਟ ਮੀਨਸ ਸਿੰਧ। ਸੱਸੇ ਨੂੰ ਜਿਹੜਾ ਨਾ ਪਰਸ਼ੀਅਨ ਦੇ ਵਿੱਚ ਹਾਹਾ ਬੋਲਿਆ ਜਾਂਦਾ, ਜਿਵੇਂ ਅਸੁਰ ਨੂੰ ਅਹੁਰ ਮਾਜ਼ਦਾ ਔਰ ਅਸੁਰ, ਉਹਨੂੰ ਵੀ ਤੁਸੀਂ ਰਿਲੇਟ ਕਰ ਸਕਦੇ। ਜਿਹੜੇ ਐਂਥਰੋਪੋਲੋਜੀਕਲ ਲਿੰਗੁਇਸਟਿਕਸ ਦੇ ਨਾਲ ਥੋੜ੍ਹੇ ਜਿਹੇ ਵਾਕਫੀਅਤ ਰੱਖਦੇ ਹਾਂ, ਉਹ ਜਾਣਦੇ ਹਾਂ ਕਿ ਕਿਸ ਤਰ੍ਹਾਂ ਇਹ ਜਿਹੜੇ ਨਾ ਸੁਰ ਸੱਸਾ ਹਾਹਾ ਔਰ ਚੇਂਜ ਹੁੰਦਾ ਹੈ। ਸੋ ਇਹ ਜਿਹੜਾ ਇੱਕ ਪੂਰਾ ਏਰੀਆ ਇੱਕੋ ਹੀ ਸਿਵਲਾਈਜੇਸ਼ਨ ਦਾ ਪਾਰਟ ਸੀਗਾ, ਅਫਗਾਨਿਸਤਾਨ ਤੋਂ ਵੀ ਦੂਰ ਤੱਕ ਦਾ। ਔਰ ਇੱਧਰ ਅਸੀਂ ਜੇ ਚੋਲਾ ਡਾਇਨੈਸਟੀ ਤੱਕ ਦੇਖੀ, ਉਹਨਾਂ ਨੇ ਕਿੰਨਾ ਸੁਮਾਤਰਾ, ਜਾਵਾ, ਉੱਥੇ ਤੱਕ ਦਾ, ਇੰਡੋਨੇਸ਼ੀਆ ਤੱਕ ਜਿਹੜਾ ਨਾ ਉਹਨੂੰ ਫੈਲਾ ਦਿੱਤਾ ਸੀ, ਜਿਹਨੂੰ ਇੱਕ ਜੰਬੂ ਦਵੀਪ ਕਹਿ ਦਿੰਦੇ ਸੀ। ਹੁਣ ਇਸ ਤੇ ਜੰਬੂ ਦਵੀਪ ਜਾਂ ਇਸ ਪੁਰਾਣੇ ਸਪਤ ਸਿੰਧੂ ਜਾਂ ਮੈਲੂਹਾ ਨੂੰ ਅਸੀਂ ਪੰਜਾਬ ਛੋਟਾ ਹੁੰਦਾ ਗਿਆ, ਲੇਕਿਨ ਜਦੋਂ ਅਸੀਂ ਇਹਨੂੰ ਡਿਫਾਈਨ ਕਰਨਾ, ਉਹਦੇ ਵਿੱਚ ਉਸ ਡੈਫੀਨੇਸ਼ਨ ਦੇ ਵਿੱਚ ਪ੍ਰੈਜ਼ੈਂਟ ਹਰਿਆਣਾ, ਹਿਮਾਚਲ, ਪਾਕਿਸਤਾਨ ਦਾ ਰਹਿ ਗਿਆ ਪੰਜਾਬ, ਅਫਗਾਨਿਸਤਾਨ, ਇਸ ਤੋਂ ਇਲਾਵਾ ਸਿੰਧ ਔਰ ਕਸ਼ਮੀਰ ਦਾ ਏਰੀਆ, ਇਹ ਸਾਰਾ ਦਾ ਸਾਰਾ ਉਸ ਚੀਜ਼ ਕਨਸਟੀਟਿਊਟ ਹੁੰਦਾ ਹੈ, ਕਿਉਂਕਿ ਇਹ ਪੁਰਾਣੀ ਸਪਤ ਸਿੰਧੂ ਸੱਭਿਅਤਾ ਦਾ ਪਾਰਟ ਸੀ। ਕਿਸੇ ਟਾਈਮ ਡੀਰੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਆਰੀਅਨਸ
ਇਨਵੇਜਨ ਥਿਊਰੀ, ਉਹ ਇਨਵੇਡ ਕੀਤੇ, ਦੂਰੋਂ ਬਾਹਰੋਂ ਆਏ, ਉਹ ਹੌਲੀ ਹੌਲੀ ਪਤਾ ਲੱਗ ਗਿਆ ਕਿ ਇਹ ਥਿਊਰੀ ਜਿਹੜੀ ਹੈ ਨਾ ਇਹ ਜ਼ਿਆਦਾ ਕੰਮ ਨਹੀਂ ਕਰ ਸਕਦੀ, ਕਿਉਂਕਿ ਇਹ ਹਿਸਟਰੀ ਨੂੰ ਇਫੈਕਟ ਕਰ ਰਹੀ ਸੀ। ਬੇਸਿਕਲੀ ਜੋ ਹੁਣ ਐਵੀਡੈਂਸ ਆਰਕੀਓਲੋਜੀ ਦੇ ਵਿੱਚੋਂ ਆ ਰਹੇ ਆ, ਉਹ ਸਿੰਧੂ ਸਰਸਵਤੀ ਦੇ ਏਰੀਆ ਦੇ ਵਿਚਕਾਰ ਜਿਹੜਾ ਪ੍ਰੈਜ਼ੈਂਟ ਟਾਈਮਸ ਪ੍ਰੈਜ਼ੈਂਟ ਪੰਜਾਬ ਸਭ ਚੀਜ਼ ਨੂੰ ਡਿਫਾਈਨ ਕਰਦਾ ਹੈ, ਜਿਹਦੇ ਪੁਰਾਣੇ ਨੇ ਵੈਦਿਕ ਟੈਕਸਟ ਔਰ ਰਾਮਾਇਣ ਮਹਾਭਾਰਤ ਇਹਨਾਂ ਟੈਕਸਟ ਤੋਂ ਮਿਲਦੇ। ਹੁਣ ਜਦੋਂ ਵੀ ਅਸੀਂ ਰਾਮਾਇਣ ਦੀ ਔਰ ਮਹਾਭਾਰਤ ਦੀ ਜਾਂ ਵੈਦਿਕ ਸਾਹਿਤ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਜਿਹੜੀ ਨਾ ਲਾਈਨ ਪਹਿਲੇ ਖੜੀ ਹੋ ਜਾਂਦੀ ਹੈ। ਉਹ ਕਿਉਂ ਖੜੀ ਹੁੰਦੀ ਹੈ ਉਹ ਵੀ ਮੈਂ ਤੁਹਾਨੂੰ ਦੱਸਾਂਗਾ, ਕਿਉਂਕਿ ਉਹ ਵੀ ਇੱਕ ਪੋਲੀਟਿਕਸ ਹੈ। ਉਹ ਹੈ ਕਿ ਇਹ ਸ਼ਾਇਦ ਧਰਮ ਦੇ ਨਾਲ ਰਿਲੇਟਡ ਹੀ ਹੈ ਜਾਂ ਰਿਲੀਜਨ ਨਾਲ ਰਿਲੇਟਡ ਹੈ। ਰਿਲੀਜਨ ਨਾਲ ਜੇ ਰਿਲੇਟਡ ਹੈ, ਇਟ ਮੀਨਸ ਕਿ ਇਹ ਕਿਸੇ ਹੋਰ ਡਿਸਪਲਿਨ ਦਾ ਪਾਰਟ ਨਹੀਂ ਹੋ ਸਕਦੇ, ਵਿਚ ਇਜ਼ ਰੋਂਗ। ਹੁਣ ਫॉर ਐਗਜ਼ਾਮਪਲ ਕਿ ਰਾਮਾਇਣ ਜਿਹੜਾ ਜਾਂ ਮਹਾਭਾਰਤ, ਇਹ ਸਾਡੇ ਸਭ ਤੋਂ ਪੁਰਾਣੇ ਟੈਕਸਟ ਹਿਸਟਰੀ ਦੇ ਟੈਕਸਟ ਹੈ। ਇਹਨਾਂ ਨੂੰ ਇੱਕ ਹਿਸਟਰੀ ਦਾ ਪਾਰਟ ਮੰਨਿਆ ਜਾਣਾ ਚਾਹੀਦਾ ਹੈ। ਸੋ ਇਹਦੇ ਵਿੱਚ ਕੋਈ ਵੀ ਗਲਤ ਗੱਲ ਨਹੀਂ ਹੋਏਗੀ, ਕਿਉਂਕਿ ਜਿਸ ਲੈਂਡ ਨੂੰ ਅਸੀਂ ਬਿਲੋਂਗ ਕਰਦੇ ਹਾਂ, ਜਿਸ ਧਰਤੀ ਤੇ ਜਿਸ ਜੀਓਗ੍ਰਾਫੀਕਲ ਏਰੀਆ 'ਚ ਅਸੀਂ ਰਹਿ ਰਹੇ ਹਾਂ, ਉਹ ਅਸੀਂ ਦੱਸਾਂਗੇ ਕਿ ਸਾਡੇ ਪੁਰਖਿਆਂ ਦੀ ਹਿਸਟਰੀ ਕੀ ਸੀਗੀ। ਜੇ ਕੋਈ ਬਾਹਰੋਂ ਆ ਕੇ ਦੱਸਦਾ, ਇਟ ਮੀਨਸ ਉਹਦੀ ਪਰਸੈਪਸ਼ਨ, ਉਹਦਾ ਆਪਣੀ ਆਈਡੀਓਲੋਜੀ ਉਹ ਡਿਫਰੈਂਟ ਹੋਏਗੀ। ਉਹ ਸਾਨੂੰ ਆਪਣੇ ਬਰਾਬਰ ਵੀ ਨਹੀਂ ਦੇਖਣਾ ਚਾਹੇਗਾ ਔਰ ਸਾਨੂੰ ਸਾਡੇ ਤੋਂ ਪੁਰਾਣਾ ਵੀ ਨਹੀਂ ਦੇਖਣਾ ਚਾਹੇਗਾ। ਉਹਦੇ ਆਪਣੇ ਰੀਜ਼ਨਸ ਹੋਣਗੇ ਔਰ ਉਹਦੀ ਦ੍ਰਿਸ਼ਟੀ ਓਨੀ ਵਾਸਟ ਨਹੀਂ ਹੋ ਸਕਦੀ ਜਿੰਨੀ ਸਾਡੀ ਆਪਣੀ ਆਪਣੇ ਪ੍ਰਤੀ ਹੋ ਸਕਦੀ ਹੈ। ਇਹਦੇ ਵਿੱਚ ਰੈਸ਼ਨਲ ਕਹਿ ਕੇ ਜਾਂ ਕੁਝ ਹੋਰ ਬਾਇਸਿਸ ਕਹਿ ਕੇ ਕਹਿਣਾ ਡਿਫਰੈਂਟ ਚੀਜ਼ ਹੈ। ਲੇਕਿਨ ਰਾਮਾਇਣ ਕਿਉਂ ਹਿਸਟਰੀ ਹੈ, ਉਹਦਾ ਛੋਟਾ ਜਿਹਾ ਪਾਰਟ ਦੱਸਣਾ ਵੀ ਉਹਦੇ ਵਿੱਚੋਂ ਹਿਸਟਰੀ ਨੂੰ ਕੱਢਿਆ ਜਾ ਸਕਦਾ। ਹਿਸਟਰੀ ਨਹੀਂ ਕਵਾਂਗੇ ਅਸੀਂ, ਉਹਨੂੰ ਕਵਾਂਗੇ ਇਤਿਹਾਸ। ਇਤਿਹਾਸ ਮਤਲਬ ਇਸ ਤਰ੍ਹਾਂ ਹੋਇਆ, ਇਟ ਹੈਪਨਸ ਲਾਈਕ ਦੈਟ। ਔਰ ਇਤਿਹਾਸ ਦੀ ਸਾਡੀ ਟ੍ਰੈਡੀਸ਼ਨ ਬਹੁਤ ਹੀ ਜਿਹਨੂੰ ਕਹੀਏ ਕਿ ਰੈਸ਼ਨਲ, ਇੱਕ ਪਰਫੈਕਟ ਹਿਸਟਰੀ ਰਾਈਟਿੰਗ, ਹਿਸਟੋਰੀਓਗ੍ਰਾਫੀ ਦਾ ਇੱਕ ਤਰੀਕਾ ਹੈ ਜਿਹੜਾ ਪ੍ਰੈਜ਼ੈਂਟ ਟਾਈਮ ਦੇ ਵਿੱਚ ਵੀ ਚੱਲਣਾ ਚਾਹੀਦਾ, ਸਾਨੂੰ ਉਹ ਫੋਲੋ ਕਰਨਾ ਚਾਹੀਦਾ। ਹਿਸਟਰੀ ਨੂੰ ਅਸੀਂ ਜੇ ਹਿਸਟੋਰੀਓਗ੍ਰਾਫੀ ਵੈਸਟਰਨ ਫਰੇਮਵਰਕ ਨਾਲ ਲਵਾਂਗੇ ਤਾਂ ਅਸੀਂ ਆਪਣੀ ਲੀਗੇਸੀ ਦੇ ਨਾਲ, ਆਪਣੀ ਪੁਰਾਣੀ ਜਿਹੜੀ ਇੱਕ ਟ੍ਰੈਡੀਸ਼ਨ ਹੈ ਉਹਨੂੰ ਡਿਸਓਨ ਕਰ ਰਹੇ ਹੋਵਾਂਗੇ, ਅਸੀਂ ਉਹਦੀ ਰਿਸਪੈਕਟ ਨਹੀਂ ਕਰ ਰਹੇ ਹੋਵਾਂਗੇ। ਫॉर ਐਗਜ਼ਾਮਪਲ ਤੁਸੀਂ ਦੇਖੋ ਕਿ ਰਾਮਾਇਣ ਦੇ ਵਿੱਚ ਜਿਹੜਾ ਹਿਸਟਰੀ, ਜਿਹੜੀ ਇਤਿਹਾਸ ਹੈ ਨਾ, ਉਹ ਇੱਕ ਲੈਸਨ ਦਿੰਦਾ ਹੈ। ਪੂਰੇ ਟਾਈਮ ਦੀ ਜਿਹੜੀ ਹਿਸਟਰੀ ਆ ਉਹਨੂੰ ਇੱਕ ਲੈਸਨ ਦੇ ਤੌਰ ਤੇ ਸਾਨੂੰ ਇੱਕ ਨੈਰੇਟਿਵ ਦੇ ਰੂਪ 'ਚ ਮਿਲਦਾ। ਹੁਣ ਉਹਦੇ ਵਿੱਚ ਅਲੱਗ-ਅਲੱਗ ਲੋਕੇਸ਼ਨਸ ਹੈ, ਅਲੱਗ-ਅਲੱਗ ਟ੍ਰਾਈਬਸ ਹੈ ਉਸ ਟਾਈਮ ਦੀਆਂ, ਉੱਥੇ ਦੀ ਜਿਹੜੀ ਇੱਕ ਸੋਸ਼ਲ ਸਿਸਟਮ ਹੈ ਉਹ ਵੀ ਮਿਲਦਾ ਹੈ, ਪੋਲੀਟੀਕਲ ਸਿਸਟਮ ਵੀ ਮਿਲਦਾ ਹੈ, ਇਕੋਨੋਮੀ ਦੀਆਂ ਗੱਲਾਂ ਵੀ ਮਿਲਦੀਆਂ, ਔਰ ਕਿਸ ਤਰ੍ਹਾਂ ਕਲਚਰਲ ਇੰਟਰੈਕਸ਼ਨ ਹੋ ਰਹੀ ਹੈ ਉਹ ਵੀ ਮਿਲ ਰਿਹਾ, ਔਰ ਪੂਰੇ ਇੰਡੀਆ ਦਾ ਇੱਕ ਨਕਸ਼ਾ ਵੀ ਉਹਦੇ ਵਿੱਚ ਖਿੱਚਿਆ ਜਾਂਦਾ। ਇਹ ਆਥੈਂਟਿਕ ਇਸ ਕਰਕੇ ਹੈ ਕਿਉਂਕਿ ਜੋ ਐਸਟਰੋਨੋਮਿਕਲ ਡੇਟਿੰਗ ਉਹਦੇ ਵਿੱਚ ਹੈ ਔਰ ਅੱਜ ਉਹ 101% ਪ੍ਰੂਵ ਹੁੰਦੀ ਹੈ, ਕਿਉਂਕਿ ਉਹ ਸੇਮ ਚੀਜ਼ਾਂ ਹੈਗੀਆਂ। ਉਹਨੂੰ ਬਿਲੀਵ ਕਰਨਾ ਸਾਡੇ ਵਾਸਤੇ ਮਾਣ ਦੀ ਗੱਲ ਹੈ ਕਿ ਇੰਨੇ 1000 ਸਾਲ ਪੁਰਾਣੀ ਚੀਜ਼ ਵੀ ਐਸਟਰੋਨੋਮਿਕਲ ਜੋ ਡੇਟਿੰਗ ਹੈ ਉਹ ਐਕੂਰੇਸੀ 'ਚ ਸੀਗੀ ਔਰ ਇਹਨੂੰ ਕੋਈ ਡਿਨਾਈ ਨਹੀਂ ਕਰ ਸਕਦਾ। ਸੋ ਇਸ ਚੀਜ਼ ਨੂੰ ਹੁਣ ਦੇਖੋ ਕਿ ਲੈਸਨ ਤਾਂ ਦਿੰਦਾ ਹੈ, ਪਰ ਜਿਹੜਾ ਇਤਿਹਾਸ ਹੈ ਉਹ ਹੈਗਾ ਧਰਮਾ ਸੈਂਟਰਿਕ। ਧਰਮਾ ਦਾ ਮੀਨਿੰਗ ਇੱਥੇ ਰਿਲੀਜਨ ਬਿਲਕੁਲ ਨਹੀਂ ਹੈ। ਇੱਥੇ ਧਰਮਾ ਦਾ ਮਤਲਬ ਹੁੰਦਾ ਹੈ ਰਾਈਟੀਅਸਨੈਸ। ਮਤਲਬ ਜਦੋਂ ਤੁਸੀਂ ਇੱਕ ਟਾਈਮ ਦੀ ਹਿਸਟਰੀ ਨੂੰ ਇੱਕ ਲੈਸਨ ਦੇ ਤੌਰ ਤੇ ਦੱਸ ਰਹੇ ਹੋ ਤਾਂ ਉਹਦੇ ਵਿੱਚ ਇੱਕ ਬੈਲੈਂਸ ਹੈ, ਅਨਬਾਇਸਡ ਹੈ। ਅਨਬਾਇਸਡ ਹੈ ਕਿਉਂਕਿ ਜਿਹੜੀ ਇਹਦੇ ਵਿੱਚ ਰਾਮਾਇਣ ਹੈ, ਇੱਕ ਪਾਸੇ ਉਹ ਰਾਮ ਦੀ ਕਥਾ ਵੀ ਹੈ, ਉੱਥੇ ਨਾਲ ਦੀ ਨਾਲ ਦੂਸਰੀ ਧਿਰ ਜਿਹੜੀ ਹੈਗੀ ਹੈ ਰਾਵਣ। ਰਾਮਾਇਣ ਦੇ ਵਿੱਚ ਜਿਹੜੀ ਓਰੀਜਨਲ ਇਹਦੀ ਇੱਕ ਸਟੋਰੀ ਹੈ ਵਾਲਮੀਕੀ ਦੀ ਹੈ, ਉਹਦੇ ਵਿੱਚ ਰਾਵਣ ਨੂੰ ਵੀ ਉਨੇ ਹੀ ਪ੍ਰੋਪਰ ਵੇ ਦੇ ਵਿੱਚ ਇੱਕ ਪਲੇਸ ਦਿੱਤੀ ਗਈ ਹੈ ਜੋ ਰਾਮ ਨੂੰ ਦਿੱਤੀ ਜਾਂਦੀ ਹੈ। ਉਹ ਨੈਗੇਟਿਵ ਨਹੀਂ ਹੈ ਸ਼ੁਰੂ ਤੋਂ ਹੀ, ਉਹ ਕੋਈ ਖਲਨਾਇਕ ਨਹੀਂ ਹੈ। ਜਿਹੜਾ ਨਾਇਕ ਖਲਨਾਇਕ ਦਾ ਕਨਸੈਪਟ ਹੈ ਸਾਡਾ ਇੱਕ ਵੈਸਟਰਨ ਨੈਰੇਟਿਵ ਦਾ, ਉਹ ਅਸੀਂ ਪਹਿਲਾਂ ਹੀ ਉਹਦੀ ਕੈਟਾਗਰਾਈਜ਼ ਕਰ ਲੈਂਦੇ ਹਾਂ। ਲੇਕਿਨ ਰਾਵਣ ਨੂੰ ਜਦੋਂ ਤੁਸੀਂ ਇੱਕ ਉੱਚ ਕੋਟੀ ਦਾ ਇੱਕ ਵਿਦਵਾਨ ਬ੍ਰਾਹਮਣ ਔਰ ਇੱਕ ਭਗਤ ਸ਼ਿਵ ਦਾ,
ਇਹ ਸਾਰੀਆਂ ਚੀਜ਼ਾਂ ਮੰਨ ਰਹੇ ਹੋ, ਇਟ ਮੀਨਸ ਕਿ ਉਹਦੇ ਆਪਣੇ ਆਪ ਦੇ ਵਿੱਚ ਇੱਕ ਗ੍ਰੇਟਨੈਸ ਸੀ। ਰਾਮ ਦੇ ਵਿੱਚ ਵੀ ਗ੍ਰੇਟਨੈਸ ਸੀਗਾ। ਹੁਣ ਜਿੰਨਾ ਕੁ ਉਹਦੇ ਸੋਸ਼ਲ ਫੰਕਸ਼ਨਿੰਗ ਦੇ ਵਿੱਚ ਜਾਂ ਉਹਦੇ ਇੱਕ ਹਉਮੈ ਦੇ ਵਿੱਚ, ਜਿਹੜਾ ਹੁਣ ਗੁਰਬਾਣੀ ਦੇ ਵਿੱਚ ਵੀ ਕਿਹਾ ਨਾ, ਹਉਮੈ ਦੀਰਘ ਰੋਗ ਹੈ। ਸੋ ਇਹ ਜਿਹੜਾ ਇੱਕ ਧਰਮ ਸੈਂਟਰਿਕ ਜਿਹੜਾ ਸਾਡੀ ਇੱਕ ਉਹ ਕਸੌਟੀ ਹੈ, ਜਿਹਦੇ ਤੇ ਪਰਖ ਕੇ ਰਾਵਣ ਫੇਲ ਹੋ ਜਾਂਦਾ ਹੈ ਤੇ ਰਾਮ ਉਸ ਮਰਿਆਦਾ ਦੇ ਵਿੱਚ ਪਾਸ ਹੋ ਜਾਂਦਾ ਹੈ। ਸੋ ਇਹ ਜਿਹੜੀ ਹਿਸਟਰੀ ਹੈ, ਇਹ ਸਾਨੂੰ ਇਸ ਕਰਕੇ ਇਫੈਕਟ ਕਰਦੀ ਹੈ ਕਿਉਂਕਿ ਇਹ ਸਾਡੀ ਵੈਲਿਊ ਸਿਸਟਮ ਨੂੰ ਅੱਜ ਵੀ ਡਰਾਈਵ ਕਰ ਰਹੀ ਹੈ। ਸੋ ਇਹ ਹਿਸਟਰੀ ਹੈ। ਹਿਸਟਰੀ ਦੀ ਲੈਗੇਸੀ ਉਹ ਹੈ ਜਿਹੜੀ ਕਿ ਚੇਂਜ ਨਹੀਂ ਹੋਏਗੀ, ਉਹ ਤੁਹਾਨੂੰ ਨਾਲ ਲੈ ਕੇ ਚੱਲ ਰਹੀ ਹੈ। ਔਰ ਜੇ ਉਹਦੇ ਵਿੱਚ ਕੁਝ ਪ੍ਰੂਵ ਹੋਈਆਂ ਚੀਜ਼ਾਂ ਠੀਕ ਹੈ, ਸਬਕ ਮਿਲਿਆ, ਹਿਸਟਰੀ ਦਾ ਪਰਪਸ ਹੀ ਹੈ, ਉਹ ਤੁਹਾਡੀ ਆਈਡੈਂਟੀਟੀ ਨੂੰ ਕ੍ਰੀਏਟ ਕਰਦੀ ਹੈ ਹਿਸਟਰੀ। ਉਹ ਤੁਹਾਡੀ ਸਬਕ ਦੇ ਰਹੀ ਹੈ ਤੇ ਉਹ ਸਬਕ ਨੂੰ ਤੁਸੀਂ ਲੈਸਨ ਨੂੰ ਲਰਨ ਕਰਕੇ ਆਪਣੀ ਲਾਈਫ ਨੂੰ ਚਲਾ। ਡਿਬੇਟਸ ਉਹਦੇ ਬਾਰੇ ਪ੍ਰੈਜ਼ੈਂਟ ਹੈ, ਉਹਦੀ ਅਲੱਗ ਇੱਕ ਪੋਲਿਟਿਕਸ ਹੈ। ਲਾਸਟ ਦੇ ਵਿੱਚ ਉਹਦੇ ਥੋੜੀ ਜਿਹੀ ਗੱਲ ਕਰਾਂਗਾ। ਇੱਕ ਸੈਕਿੰਡ ਟੈਕਸਟ ਜਿਹੜਾ ਮੈਂ ਇਹਦੇ ਵਿੱਚ ਲੈਣਾ ਚਾਹੁੰਦਾ ਉਹ ਹੈਗਾ ਮਹਾਭਾਰਤ। ਮਹਾਭਾਰਤ ਬੇਸਿਕਲੀ ਹਿਸਟਰੀ ਆਫ ਇੰਡੀਆ ਤਾਂ ਹੈ ਹੀ ਹੈ, ਉਹ ਹਿਸਟਰੀ ਆਫ ਪੰਜਾਬ। ਤੁਸੀਂ ਦੇਖੋ ਕਿ ਜਿਹੜਾ ਵੀ ਏਰੀਆ ਜੋਗ੍ਰਾਫਿਕਲ ਜਿੱਥੇ ਉਹ ਲੜਾਈ ਹੋ ਰਹੀ ਹੈ ਔਰ ਸਾਰਾ ਕੁਝ ਕੰਸਟਰਕਟ ਹੋ ਰਿਹਾ, ਉਹ ਸਾਰਾ ਦਾ ਸਾਰਾ ਪੰਜਾਬ ਹੈ। ਭਾਵੇਂ ਉਹ ਗੰਧਾਰ ਤੋਂ ਕੰਧਾਰ ਉਹ ਹੋਏ, ਭਾਵੇਂ ਕੁਰੂਕਸ਼ੇਤਰ ਹੋਏ, ਔਰ ਯਮੁਨਾ ਤੋਂ ਵੈਸਟ ਵਾਲਾ ਪਾਸਾ, ਸਾਰਾ ਦਾ ਸਾਰਾ, ਇਹ ਸਾਰਾ ਦਾ ਸਾਰਾ ਜਿਹੜਾ ਏਰੀਆ ਨਾ, ਇਹ ਉਸ ਦਾ ਪਾਰਟ ਹੈ। ਹੁਣ ਇਹਨੂੰ ਜੇ ਸਕਿਪ ਕਰੀਏ ਤਾਂ ਮਹਾਭਾਰਤ ਦੇ ਵਿੱਚ ਕਿਉਂ ਪੰਜਾਬ ਇਸ ਤੋਂ ਬਾਅਦ ਕਿਤੇ ਜ਼ਿਕਰ ਨਹੀਂ ਆਉਂਦਾ, ਪੰਜਾਬ ਦਾ ਕਿਤੇ ਵੀ ਜ਼ਿਕਰ ਨਹੀਂ ਆਉਂਦਾ, ਇਹਦਾ ਬਹੁਤ ਵੱਡਾ ਰੀਜ਼ਨ ਹੈ। ਪੰਜਾਬ ਦੇ ਵਿੱਚ ਜਦੋਂ ਅਸੀਂ ਮਹਾਭਾਰਤ ਤੋਂ ਬਾਅਦ ਦੇ ਕਾਲ ਦੀ ਗੱਲ ਕਰਦੇ ਹਾਂ, ਸਾਨੂੰ ਉਹਦੇ ਬਹੁਤ ਘੱਟ ਰੈਫਰੈਂਸਿਸ ਮਿਲਦੇ ਹਨ। ਕਈ ਤੁਸੀਂ ਲੱਭਣਾ ਚਾਹੋ ਤਾਂ ਲੱਭ ਜਾਣਗੇ, ਪਏ ਹੋਏ ਆ, ਅਸੀਂ ਉਹਨੂੰ ਕੱਢ ਸਕਦੇ ਹਾਂ। ਹੁਣ ਦੇਖੋ, ਜਿਹੜੀਆਂ ਦੋ ਧਿਰਾਂ, ਦੋ ਸਾਈਡਸ ਜਦੋਂ ਲੜਦੀਆਂ ਨਾ, ਤਾਂ ਲੜਾਈ ਤੋਂ ਬਾਅਦ ਜਿਹੜਾ ਜਿੱਤਦਾ ਹੈ ਸਾਰਾ ਰਾਜ ਵੀ ਉਹਦਾ ਹੈ, ਔਰ ਉਸ ਤੋਂ ਬਾਅਦ ਜੋ ਨੈਰੇਟਿਵ ਬੇਸਿਕਲੀ ਧਰਮ ਦੀ ਜਿੱਤ ਵੀ ਉਹਦੀ ਹੋਈ ਹੈ। ਹੁਣ ਮਹਾਭਾਰਤ 'ਚ ਕੀ ਹੋਇਆ, ਜਿੰਨੇ ਵੀ ਕੌਰਵ ਸੀਗੇ, ਕੁਰੂ ਸੀਗੇ, ਜਿੰਨੀਆਂ ਵੀ ਟਰਾਈਬ ਸੀਗੀਆਂ ਕੰਧਾਰ ਤੋਂ ਲੈ ਕੇ ਕੁਰੂਕਸ਼ੇਤਰ ਤੱਕ, ਮੈਕਸਿਮਮ ਟਰਾਈਬਸ ਵਨ ਵੇ ਔਰ ਅਦਰ ਕੌਰਵਾਂ ਦੇ ਨਾਲ ਮਿਲ ਕੇ ਲੜ ਰਹੀਆਂ ਸੀਗੀਆਂ ਅਗੇਂਸਟ ਪਾਂਡਵ। ਹੁਣ ਕੌਰਵ ਔਰ ਪਾਂਡਵਾਂ ਦੀ ਜਿਹੜੀ ਲੜਾਈ ਦੇ ਵਿੱਚ ਜੇਤੂ ਹੋਏ ਅਲਟੀਮੇਟਲੀ ਪਾਂਡਵ। ਹੁਣ ਜਿਹੜੇ ਪਾਂਡਵ ਜਿੱਤ ਗਏ ਹਸਤਿਨਾਪੁਰ, ਇੰਦਰਪ੍ਰਸਥ, ਇਸ ਏਰੀਆ ਦੇ, ਤਾਂ ਉਹਨਾਂ ਦੀ ਹਿਸਟਰੀ ਰਹਿ ਤੋਂ ਬਾਅਦ ਹਿਸਟਰੀ ਪੂਰੀ ਜਿਹੜੀ ਹੈ ਨਾ, ਉਹ ਫਰਦਰ ਈਸਟਰਨ ਯੂਪੀ ਔਰ ਉਧਰਲੇ ਪਾਸੇ ਚਲੀ ਜਾਂਦੀ ਹੈ। ਪੰਜਾਬ ਦੀ ਹਿਸਟਰੀ ਕਈ ਸਾਲਾਂ ਤੱਕ ਗਾਇਬ ਹੋ ਜਾਂਦੀ ਹੈ ਕਿਉਂਕਿ ਟਰਾਈਬਸ ਉਹ ਬਿਲਕੁਲ ਡੀਮੋਰਲਾਈਜ਼ ਹੋ ਕੇ ਉਹ ਲੋਕਲਾਈਜ਼ ਹੋ ਗਈਆਂ ਔਰ ਛੋਟੇ ਛੋਟੇ ਖੇਮਿਆਂ 'ਚ ਵੱਟ ਗਈਆਂ। ਪਰ ਮਹਾਭਾਰਤ ਐਡਾ ਵੱਡਾ ਟੈਕਸਟ ਹੈ, ਤੁਸੀਂ ਉਹਨੂੰ ਸਟੱਡੀ ਕਰੋ, ਉਹਦੇ ਵਿੱਚ ਛੋਟੀ ਤੋਂ ਛੋਟੀ ਪੰਜਾਬ ਦੀ ਟਰਾਈਬ ਦੇ ਤੁਹਾਨੂੰ ਮੈਂਸ਼ਨ ਮਿਲਦੇ ਹੈ। ਫੋਰ ਐਗਜ਼ਾਮਪਲ ਉਹਦੇ ਵਿੱਚ ਇੱਕ ਜਗ੍ਹਾ ਜਿਹੜਾ ਵਹੀਰੀਕ ਦਾ ਨਾਮ ਹੁੰਦਾ, ਵਹੀਰੀਕ ਦਾ ਮਤਲਬ ਹੁੰਦਾ ਵੀ ਵਾਹੀ ਕਰਨ ਵਾਲੇ, ਔਰ ਵਹੀਰੀਕ ਉਸ ਟਾਈਮ ਕਿਤੋਂ ਮਾਈਗ੍ਰੇਟ ਕਰਕੇ ਉਸ ਜਗ੍ਹਾ ਤੇ ਆਏ ਆ, ਔਰ ਉਹਨਾਂ ਦਾ ਜਿਹੜਾ ਕਲਚਰ ਕਹਿ ਰਹੇ ਆ ਕਿ ਉਹ ਬਾਕੀ ਲੋਕਾਂ ਦੇ ਨਾਲ ਮਿਲਦਾ ਨਹੀਂ ਹੈ। ਤੇ ਇੱਕ ਜਗ੍ਹਾ ਮੈਂਸ਼ਨ ਹੈ ਕਿ ਜਦੋਂ ਪਾਂਡਵਾਂ ਨੇ ਉੱਤਰ ਵੱਲ ਜਾਣਾ ਸੀਗਾ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਰਸਤੇ ਦੇ ਵਿੱਚ ਜਿਹੜੇ ਦੋ ਪਿੰਡ ਆਉਂਦੇ ਆ, ਵੀ ਤੁਸੀਂ ਉੱਥੇ ਓਵਰਨਾਈਟ ਸਟੇ ਨਹੀਂ ਕਰਨਾ, ਕਿਉਂਕਿ ਦਿਨੇ ਤਾਂ ਠੀਕ ਹੈ ਲੇਕਿਨ ਰਾਤ ਨੂੰ ਲੋਕ ਉਹ ਹੌਸਟਾਈਲ ਹੋ ਜਾਣਗੇ। ਉਹ ਜਿਹੜਾ ਪਿੰਡ ਹੈ ਨਾ, ਉਹ ਵਹੀਰੀਕ ਮਤਲਬ ਜਿਹੜਾ ਪ੍ਰੈਜ਼ੈਂਟ ਟਰਾਈਬ ਜਿਹਨੂੰ ਉਸ ਟਾਈਮ ਦੇ ਇੱਕ ਕਾਸ਼ਤਕਾਰੀ, ਵਾਹੀ ਕਰਨ ਵਾਲਾ ਕਿਸਾਨ ਜੱਟ, ਬੇਸਿਕਲੀ ਉਹ ਜਿਹੜਾ ਨਾ ਏਰੀਆ ਉਹ ਹੁਣ ਵੈਸਟ ਪੰਜਾਬ ਦੇ ਪਾਕਿਸਤਾਨੀ ਪੰਜਾਬ ਦੇ ਵਿੱਚ ਰਹਿ ਗਏ। ਸੋ ਇਹ ਜਿਹੜੇ ਡਿਸਟਿੰਕਸ਼ਨਸ ਹੈ, ਇੱਥੇ ਜਿਹੜੀਆਂ ਟਰਾਈਬ ਦੀਆਂ ਸਾਨੂੰ ਇਨਫੋਰਮੇਸ਼ਨਸ ਮਿਲਦੀਆਂ, ਭਾਸ਼ਾ ਦੀਆਂ ਇਨਫੋਰਮੇਸ਼ਨ ਮਿਲਦੀਆਂ ਔਰ ਉਹਨਾਂ ਲੋਕਾਂ ਦੀ ਲੈਣ ਦੇਣ ਮਿਲਦੀ ਹੈ। ਇਹ ਜੇ ਸਾਡੇ ਕੋਲ 5000 ਸਾਲ ਪੁਰਾਣੇ ਐਵੀਡੈਂਸ ਹੈ ਕਿ ਟੈਕਸਟ ਦੇ, ਇੱਥੇ ਦੀਆਂ ਰਿਵਰਸ ਦੇ ਟੈਕਸਟ ਹੈਗੇ ਤੇ ਉਹਨਾਂ ਦੇ ਮਤਲਬ ਸਾਰੀਆਂ ਚੀਜ਼ਾਂ ਹੈਗੀਆਂ, ਤਾਂ ਅਸੀਂ ਉਹਨੂੰ ਕਿਉਂ ਨਹੀਂ ਬਿਲੀਵ ਕਰਦੇ?
ਸਥਾਨੇਸ਼ਵਰ, ਥਾਨੇਸਰ। ਜੇ ਤੁਸੀਂ ਉੱਥੋਂ ਲੰਘਦੇ ਹੋ ਤਾਂ ਸਥਾਨੇਸ਼ਵਰ ਬਹੁਤ ਵੱਡੀ ਇੰਪੋਰਟੈਂਟ ਹਰਸ਼ਵਰਧਨ ਦੀ ਇੱਕ ਸਾਈਟ ਹੈ। ਤੁਸੀਂ ਉਹ ਬਿਲੀਵ ਨਹੀਂ ਕਰਨਾ ਚਾਹੁੰਦੇ, ਉਹਦੇ ਰੀਜ਼ਨਸ ਕੀ ਹੈ, ਕਿਹਨੇ ਤੋੜ ਦਿੱਤਾ ਤੁਹਾਨੂੰ। ਇਹ ਜਿਹੜਾ ਟੈਕਸਟ ਸਾਡੇ ਡਿਸਟਰੋਏ ਕਰ ਦਿੱਤੇ ਗਏ, ਸਾਡੇ ਮੋਨੂਮੈਂਟਸ ਡਿਸਟਰੋਏ ਹੋਏ ਆ, ਉਹਦੇ ਨਾਲ ਸਾਡੀ ਹਿਸਟਰੀ, ਓਰਲ ਹਿਸਟਰੀ ਡਿਸਟਰੋਏ ਨਹੀਂ ਹੋਈ, ਉਹ ਐਗਜ਼ਿਸਟਿੰਗ ਹੈ। ਲੇਕਿਨ ਜਦੋਂ ਦੇਖਿਆ ਗਿਆ ਕਿ ਇੱਕ ਪੋਲੀਟੀਕਲ ਆਈਡੀਓਲੋਜੀ ਦੇ ਵਿੱਚ ਇਹ ਦੇਖਿਆ ਗਿਆ ਕਿ ਇਹਨਾਂ ਦੀ ਮੈਮਰੀਜ਼ ਦੇ ਵਿੱਚ, ਸਮ੍ਰਿਤੀਆਂ ਦੇ ਵਿੱਚ, ਫੋਕਲੋਰ ਦੇ ਵਿੱਚ ਇਹ ਇਹਨਾਂ ਦੀ ਹਿਸਟਰੀ ਸਟਿਲ ਲਿਵਿੰਗ ਹੈ, ਜਾਣੀ ਜਾਂਦੀ ਹੈ, ਤਾਂ ਉਹਨੂੰ ਤੋੜਨ ਵਾਸਤੇ ਕਿਹਾ ਗਿਆ ਕਿ ਇਹਦੇ ਵਿੱਚ ਕੋਈ ਐਲੀਮੈਂਟ ਨਹੀਂ ਹੈ, ਕੋਈ ਫੈਕਟਸ ਨਹੀਂ ਹੈ, ਇਹ ਕਹਾਣੀ ਹੈ, ਇਹ ਝੂਠ ਹੈ। ਸੋ ਇਸ ਕਰਕੇ ਇਹਨੂੰ ਤੁਸੀਂ ਇਗਨੋਰ ਕਰੋ। ਇਹ ਮਤਲਬ ਇਹ ਕਿਸੇ ਟਾਈਮ ਦੀਆਂ ਸਟੋਰੀ, ਕਹਾਣੀ ਹੈ, ਐਪਿਕ। ਇਸ ਕਰਕੇ ਲੀਵ ਇਟ, ਇਹਨੂੰ ਹਿਸਟਰੀ ਦਾ ਅਸੀਂ ਪਾਰਟ ਨਹੀਂ ਮੰਨ ਸਕਦੇ। ਪਰ ਮੈਂ ਕਹਿੰਦਾ ਕਿ ਜੇ ਇਹ ਸਾਡੇ ਲੈਂਡ ਨੂੰ ਬਿਲੋਂਗ ਕਰਦੇ ਆ ਔਰ ਸਾਡੀ ਵੈਲਿਊ ਸਿਸਟਮ, ਸਾਡਾ ਸਾਰਾ ਕੁਝ ਇਹਦੇ ਨਾਲ ਚੱਲ ਰਿਹਾ, ਤਾਂ ਇਟ ਮੀਨਸ ਇਹ ਸਾਡਾ ਹਿਸਟਰੀ ਹੈ, ਇਹ ਸਾਡਾ ਇਤਿਹਾਸ ਹੈ ਔਰ ਇਹ ਸਾਡਾ ਪਾਰਟ ਬਣਦਾ। ਇਹਨੂੰ ਅਸੀਂ ਡਿਸਓਨ ਨਹੀਂ ਕਰ ਸਕਦੇ। ਇਟ ਮੀਨਸ ਕਿ ਅਸੀਂ ਇਹਨੂੰ ਹਿਸਟਰੀ ਨੂੰ ਡਿਸਓਨ ਕਰ ਰਹੇ ਹੋਵਾਂਗੇ। ਇਹੀ ਰੀਜ਼ਨ ਹੈ ਕਿ ਜਦੋਂ ਅਸੀਂ ਪ੍ਰੈਜ਼ੈਂਟ ਟਾਈਮ 'ਚ ਪਿੱਛੇ ਵੱਲ ਜਾਂਦੇ ਹਾਂ ਤਾਂ ਸਾਡੀ ਸਕੂਲ ਦੀ ਟੈਕਸਟ ਬੁੱਕ ਜੋ ਡਿਜ਼ਾਈਨਡ ਹੈ ਅੱਜ ਦੀ ਡੇਟ, ਹਿਸਟਰੀ ਬੁੱਕਸ ਹੈ। ਤੁਸੀਂ ਕਿਸੇ ਬੱਚੇ ਨੂੰ BA ਦੇ ਜਾਂ ਤੁਹਾਡੇ MA ਦੇ ਸਟੂਡੈਂਟਸ ਹੋਣਗੇ, ਇਕੱਲੇ ਤੁਹਾਡੇ ਇੱਥੇ ਨਹੀਂ, ਦਿੱਲੀ ਦੇ ਵਿੱਚ ਵੀ ਕਿਤੇ ਵੀ ਪੁੱਛ ਲਓ, ਕੁਝ ਵੀ ਨਹੀਂ ਪਤਾ ਹੋਏਗਾ ਉਹਨਾਂ ਨੂੰ ਕਿ ਸਾਡੀ ਹਿਸਟਰੀ ਕੀ ਹੈ, ਕਿਉਂਕਿ ਜੋ ਕੁਝ ਉਹਦੇ 'ਚ ਦੱਸਿਆ ਗਿਆ ਉਹਦੇ ਵਿੱਚ ਸਾਡਾ ਕੋਈ ਇੰਟਰਸਟ ਨਹੀਂ ਹੈ, ਕਿਉਂਕਿ ਉਹ ਸਾਡੇ ਨਾਲ ਰਿਲੇਟ ਨਹੀਂ ਕਰਦੇ। ਅਸੀਂ ਰਿਲੇਟ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਨਾਲ, ਜਿਹੜੀ ਗੁਰੂਆਂ ਦੀ ਹਿਸਟਰੀ ਹੈ। ਜੇ ਉਸ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਇਸ ਲੈਂਡ ਦੇ ਕੌਣ-ਕੌਣ ਪ੍ਰੋਟੈਕਟਰ ਸੀਗੇ, ਇਸ ਜ਼ਮੀਨ ਨੂੰ ਓਨ ਕਰਨ ਵਾਲਾ ਉਹਦੀ ਹਿਸਟਰੀ ਨਹੀਂ ਕ੍ਰੀਏਟ ਕਰ ਸਕਦਾ, ਕਿਉਂਕਿ ਅਸੀਂ ਇਸ ਲੈਂਡ ਨੂੰ, ਮਤਲਬ ਇਹ ਲੈਂਡ ਸਾਨੂੰ ਬਿਲੋਂਗ ਨਹੀਂ ਕਰਦੀ, ਅਸੀਂ ਲੈਂਡ ਨੂੰ ਬਿਲੋਂਗ ਕਰਦੇ ਹਾਂ। ਸੋ ਇਟ ਮੀਨਸ ਕਿ ਇਸ ਤੋਂ ਪਹਿਲਾਂ ਜੋ ਲੋਕ ਇੱਥੇ ਆਏ ਹੈ, ਪੋਰਸ ਹੈ। ਪੋਰਸ ਦੀ ਗੱਲ ਕਿੰਨੀ ਕੁ ਹੁੰਦੀ ਹੈ, ਕਿੰਨਾ ਕੁ ਅਸੀਂ ਟਰੇਸ ਕੀਤਾ ਕਿ ਪੋਰਸ ਦੇ ਫਰਦਰ ਜਿਹੜੇ ਵੰਸ਼ਜ ਹੈ ਜਾਂ ਉਹਨਾਂ ਦੀ ਟਰਾਈਬ ਦੇ ਲੋਕ ਸੀਗੇ, ਉਹ ਪੰਜਾਬ 'ਚ ਕਿੱਥੇ ਕਿੱਥੇ ਕੀ ਕਰ ਰਹੇ ਆ ਔਰ ਉਹਨਾਂ ਦਾ ਕੀ ਇਸ ਵੇਲੇ ਚੱਲ ਰਿਹਾ। ਇਹ ਹਿਸਟਰੀ ਜਾਣਬੁੱਝ ਕੇ ਤੋੜੀ ਗਈ ਹੈ, ਇਗਨੋਰ ਕੀਤੀ ਗਈ ਹੈ। ਤੇ ਮੇਰੇ ਕੋਲ ਟਾਈਮ ਜ਼ਿਆਦਾ ਹੋ ਗਿਆ, ਮੈਂ ਫਾਈਨਲ ਜਿਹੜੀ ਨਾ ਗੱਲ ਪ੍ਰੈਜ਼ੈਂਟ ਟਾਈਮ ਦੀ, ਪੋਸਟ ਕਲੋਨੀਅਲ ਟਾਈਮ ਦੇ ਵਿੱਚ, ਉਹ ਮੈਂ ਸਟੂਡੈਂਟਸ ਨੂੰ ਖਾਸ ਤੌਰ ਤੇ ਕਰਨਾ ਚਾਹੁੰਦਾ ਕਿ ਕਿਉਂ ਇਹਨਾਂ ਚੀਜ਼ਾਂ ਨੂੰ ਇੰਟੈਰੋਗੇਟ ਕਰਨਾ ਚਾਹੀਦਾ ਔਰ ਕਿਉਂ ਸਾਡਾ ਕੌਨਫੀਡੈਂਸ ਆਪਣੀ ਓਰਲ ਹਿਸਟਰੀ ਦੇ ਜਿਹੜੇ ਮੋਡਸ ਹੈ ਉਹ ਉੱਪਰ ਨਹੀਂ ਹੈ। ਉਹਦਾ ਰੀਜ਼ਨ ਇੱਕ ਬਹੁਤ ਇੱਕ ਮਾਡਰਨ ਟਾਈਮ ਆਇਆ ਜਿਹਦੇ ਵਿੱਚ ਅਸੀਂ ਗੱਲ ਕਰਦੇ ਸੀ ਵੀ ਸਾਰੀ ਇੱਕ ਯੂਨਿਟੀ ਦੇਖਣ ਵਾਲੀ ਗੱਲ ਕਰਦੇ ਸੀਗੇ, ਯੂਨੀਫਾਈਡ ਸਟਰਕਚਰ ਦੀ ਗੱਲ ਕਰਦੇ ਸੀ। ਪਰ ਜਦੋਂ ਪੋਸਟ ਮਾਡਰਨਿਜ਼ਮ ਆਉਂਦਾ, ਪੋਸਟ ਮਾਡਰਨਿਜ਼ਮ ਜਿਹੜਾ ਨਾ ਉਹ ਫਰੈਗਮੈਂਟਸ ਕਰਦਾ, ਸਾਰੀਆਂ ਚੀਜ਼ਾਂ ਨੂੰ ਸਮਝਣ ਵਾਸਤੇ ਤੋੜਨ ਦੀ ਗੱਲ, ਤੋੜਨ ਦਾ ਮਤਲਬ ਉਹਨੂੰ ਬ੍ਰੇਕਸ ਦੇ ਵਿੱਚ, ਫਰੈਗਮੈਂਟਸ ਦੇ ਵਿੱਚ ਦੇਖਣ ਦਾ। ਉਹ ਕਹਿਣਗੇ ਜੋ ਸਾਡੀ ਟਰਾਈਬਸ ਹੈ ਉਹਨਾਂ ਦੀ ਹਿਸਟਰੀ ਵੀ ਇੰਪੋਰਟੈਂਟ ਹੈ। ਜਦੋਂ ਕਿਹਾ ਕਿ ਨਾ ਦ ਐਂਡ ਆਫ ਹਿਸਟਰੀ, ਉਹਦਾ ਮਤਲਬ ਸੀ ਵੀ ਹਿਸਟਰੀ ਖਤਮ ਹੋ ਗਈ, ਸਿੰਗੂਲਰ ਹਿਸਟਰੀ ਖਤਮ ਹੋਈ ਹੈ। ਇਟਸ ਅ ਟਾਈਮ ਆਫ ਹਿਸਟਰੀਜ਼। ਇਹ ਇਸ਼ੂ ਜਿਹੜਾ ਹੈ ਨਾ, ਹਿਸਟਰੀ ਔਰ ਹਿਸਟਰੀਜ਼ 'ਚ ਹੋ ਸਕਦਾ ਹੈ, ਇਤਿਹਾਸ 'ਚ ਨਹੀਂ ਹੋ ਸਕਦਾ। ਹਿਸਟਰੀਜ਼ ਇਸ ਕਰਕੇ ਕਿ ਕਿਉਂਕਿ ਛੋਟੇ ਛੋਟੇ ਜੇ ਕਲਚਰਸ ਹੈ, ਛੋਟੇ ਛੋਟੇ, ਜਿਵੇਂ ਉਹਦੇ ਵਿੱਚੋਂ ਸਬਾਲਟਰਨ ਹਿਸਟਰੀ ਦੀ ਗੱਲ ਹੈ ਨਾ, ਵਿਮਨ ਦੀ ਗੱਲ ਆ ਗਈ, ਵਿਮਨ ਦੇ ਕਿਉਂ ਵੀ ਸਬਾਲਟਰਨ ਦੀ ਗੱਲ ਆ ਗਈ ਫਰਦਰ। ਸੋ ਇਹ ਫਰੈਗਮੈਂਟਸ ਕਰਦੇ 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 ਉਹਨਾਂ ਨੇ ਸਾਰਿਆਂ ਨੂੰ ਕਰ ਦਿੱਤਾ ਕਿ ਠੀਕ ਹੈ, ਸਾਰਿਆਂ ਦੀ ਹਿਸਟਰੀ ਆਪਣੇ ਆਪ ਦੇ ਵਿੱਚ ਇੰਪੋਰਟੈਂਟ ਹੈ, ਉਹਦੀ ਗਲੋਰੀਫਿਕੇਸ਼ਨ ਆਪਣੀ ਹੈ, ਲੇਕਿਨ ਅਲਟੀਮੇਟਲੀ ਉਹਨੇ ਜਾਣਾ ਕਿੱਥੇ ਹੈ। ਜੇ ਛੋਟੀਆਂ ਛੋਟੀਆਂ ਦੀ ਹਿਸਟਰੀਜ਼ ਹੈ, ਸਾਰੀ ਦੀ ਇੰਪੋਰਟੈਂਟ ਆਪਣੀ ਹੈ, ਅਲਟੀਮੇਟਲੀ ਉਹਨਾਂ ਨੂੰ ਤੁਸੀਂ ਕਿੱਥੇ ਨਿਟ ਕਰੋਗੇ, ਕਿੱਥੇ ਜੁਆਇੰਟ ਕਰੋਗੇ। ਸਾਰੇ ਆਪਣੇ ਆਪਣਾ ਰਾਗ ਅਲਾਪਣਗੇ, ਆਪਣੀ ਆਪਣੀ ਡਫਲੀ ਵਜਾਉਣਗੇ, ਤਾਂ ਉਹ ਸੰਗੀਤ ਨੇ, ਉਹ ਜਿਹੜਾ ਕਿਓਸ ਹੋਏਗਾ, ਉਹ ਸੰਗੀਤ ਦੀ ਧੁਨ ਨਹੀਂ ਬਣ ਸਕਦੀ, ਕੋਈ ਰਾਗ ਨਹੀਂ ਬਣ ਸਕਦਾ, ਉਸ ਤਰ੍ਹਾਂ ਬਿਖਰ ਜਾਏਗਾ। ਸੋ ਇਸ ਪੂਰੇ ਪ੍ਰੋਸੈਸ ਦੇ ਵਿੱਚ ਜਿਹੜਾ ਪੋਸਟ ਮਾਡਰਨਿਸਟ ਜਿਹੜੀ ਸਾਡੀ ਕੰਡੀਸ਼ਨਿੰਗ ਨੇ ਸਾਡੀ ਹਿਸਟਰੀ ਦੇ ਨਾਲ ਇੱਕ ਹੋਰ ਵੈਰ ਇਹ ਕੀਤਾ
ਕਿ ਅਸੀਂ ਆਪਣੀ ਛੋਟੀ ਛੋਟੀ ਆਈਡੈਂਟੀਟੀਜ਼ ਦੀਆਂ ਹਿਸਟਰੀ ਦੇ ਵਿੱਚ ਪੈ ਗਏ ਤੇ ਗੁਰੂਆਂ ਨੇ ਦਿੱਤੀ ਸਾਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ, ਉਹਨੂੰ ਅਸੀਂ ਭੁੱਲ ਗਏ। ਫॉर एग्जांपल ਜਿਵੇਂ ਉਹ ਨਾਮ ਦੀ ਗੱਲ ਕਰਦੇ ਨੇ, ਨਾਮ ਦਾ ਮਤਲਬ ਆਈਡੈਂਟੀਟੀ, ਪਰ ਉਹਨਾਂ ਨੇ ਕਿਹਾ ਵੀ ਨਾਮ ਇੰਨਾ ਇੰਪੋਰਟੈਂਟ ਨਹੀਂ ਤੁਹਾਡਾ, ਇਹ ਤੁਹਾਡੀ ਆਈਡੈਂਟੀਟੀ ਇਹ ਬਿਲਕੁਲ क्षण भंगुर है, फेक है, टूट जाएगी। अल्टीमेट रियलिटी की है सतनाम, सच्चा नाम मतलब हायर रियलिटी दी जिहड़ी आइडेंटिटी है वो है। सो सिमिलर वे नाल जे असीं पंजाबी हैं, इस जमीन नूं बिलोंग करदे हैं, तां साडी आइडेंटिटी बनदी है सिविलाइजेशनल आइडेंटिटी। जिस सिविलाइजेशन नूं असीं बिलोंग करदे हैं, साडी आइडेंटिटी वो है, असीं उहनूं रिप्रेजेंट करदे हैं। सैकड़ों नस्लां, सैकड़ों ट्राइब्स ਇੱਥੇ ਆਈਆਂ ਗਈਆਂ ਔਰ ਉਹਦੇ ਮਿਲਗੋਬੇ ਦੇ ਵਿੱਚੋਂ ਅਸੀਂ ਬਣੇ। ਜੈਨੇਟਿਕ ਸਟਰਕਚਰ ਤੁਸੀਂ ਦੇਖੋਗੇ ਕਿਸੇ ਦਾ ਦੇ ਨਾਲ ਏਟ ਨਹੀਂ ਕਰ ਸਕਦੇ। ਬਹੁਤ ਕੁਝ ਇੱਥੇ ਵਾਪਰਿਆ, ਬਹੁਤ ਕੁਝ ਡਿਫਰੈਂਟ ਹੈ। देयर इज नथिंग ਕਾਲਡ ਪਿਓਰਿਟੀ। ਸੋ ਅਸੀਂ ਪੰਜਾਬ ਦੇ ਜਿਹੜੇ ਨਿਵਾਸੀ ਹੈ, ਵਾਸੀ ਹੈ, ਸਾਡੀ ਲੈਗੇਸੀ ਹੈ ਕਿ ਇੱਥੇ ਇੰਨਾ ਜ਼ਿਆਦਾ ਇੱਕ ਕਲਚਰਲ ਸਿੰਥੇਸਿਸ ਹੋਇਆ ਜਿਹਦੇ ਚ ਲੈਂਗੁਏਜ ਵੀ ਹੈ, ਸਭ ਕੁਝ ਹੈ, ਤਾਂ ਉਹਦੀ ਇੱਕ ਆਪਣੀ ਲੀਗੇਸੀ ਹੈ ਔਰ ਅੱਜ ਕੱਲ੍ਹ ਨਹੀਂ ਹੈ, ਹਜ਼ਾਰਾਂ ਸਾਲ ਤੋਂ ਚੱਲੀ ਆ ਰਹੀ। ਸੋ ਇਸ ਲੀਗੇਸੀ ਨੂੰ, ਇਹ ਸਿਵਲਾਈਜੇਸ਼ਨਲ ਜਿਹੜੀ ਸਾਡਾ ਇੱਕ ਇੱਥੇ ਦਾ ਗੇਨ ਹੈ, ਸਾਨੂੰ ਉਹ ਲੈ ਕੇ ਜਾਣਾ ਪੈਣਾ। ਇੱਥੋਂ ਦੀ ਜੇ ਸਿਵਲਾਈਜੇਸ਼ਨ ਪੈਦਾ ਹੋਈ ਹੈ, ਜੇ ਇੱਥੇ ਰਿਗਵੇਦ ਪੈਦਾ ਹੋਇਆ, ਤਾਂ ਉਹਦਾ ਪ੍ਰਚਾਰ ਵੀ ਪੰਜਾਬ ਨੇ ਹੀ ਕਰਨਾ ਹੈ। ਉਹਦਾ ਜਿਹੜਾ ਅੱਗੇ ਫਰਦਰ ਉਹਨੂੰ ਕਰਨਾ ਹੈ, ਲੈ ਕੇ ਜਾਣਾ ਉਸ ਗਿਆਨ ਨੂੰ, ਤਾਂ ਪਹਿਲਾ ਗਿਆਨ ਗ੍ਰੰਥ ਅਸੀਂ ਜ਼ਰੂਰ ਕਹਿੰਦੇ ਹਾਂ ਕਿ ਰਿਗਵੇਦ ਸੀ, ਤੇ ਜਿਹੜਾ ਲਾਸਟ ਹੁਣ ਤੱਕ ਦਾ ਲਿਖਿਆ ਹੋਇਆ ਗਿਆਨ ਗ੍ਰੰਥ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਕਿਉਂਕਿ ਉਸੇ ਸਿਵਲਾਈਜੇਸ਼ਨਲ ਨੌਲੇਜ ਦੀ ਟ੍ਰੈਡੀਸ਼ਨ ਨੂੰ ਫਰਦਰ ਅੱਗੇ ਲੈ ਕੇ ਗਿਆ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਦੋਂ ਅਸੀਂ ਹਿਸਟਰੀ ਦੀ ਗੱਲ ਕਰਦੇ ਹਾਂ ਤਾਂ ਲਾਸਟ ਵਿੱਚ ਕੀ ਬਚ ਰਿਹਾ, ਜਿਹੜੀ ਸਾਡੀ ਇੱਕ ਆਈਡੈਂਟੀਟੀ ਹੈ, ਉਹ ਜੁੜਦੀ ਹੈ ਸਾਡੀ ਨੌਲੇਜ ਦੇ ਨਾਲ। ਜੋ ਹਜ਼ਾਰਾਂ ਸਾਲ ਦੀ ਨੌਲੇਜ ਉਹ ਕਿਸੇ ਵੀ ਬੁੱਕ ਦੀ, ਕਿਸੇ ਵੀ ਮੋਨੂਮੈਂਟ ਦੀ ਔਰ ਕਿਸੇ ਵੀ ਇਸ ਤਰ੍ਹਾਂ ਦੇ ਰਿਟ, ਉਹ ਸਾਡੇ ਆਪ ਅੰਦਰਲੀ ਜਿਹੜੀ ਸਾਡੀ ਇੱਕ ਆਪਣੀ ਸਾਡੀ ਬਣਤਰ ਹੈ, ਸਾਡੀ ਬੋਡੀ ਦੀ ਕਹਿ ਲਓ, ਸਾਡੀ ਸੋਚ ਦੀ ਔਰ ਸਾਡੇ ਗਿਆਨ ਦੀ। ਸਾਡਾ ਗਿਆਨ ਦੀ ਜੇ ਤੁਸੀਂ ਇੱਕ ਪੂਰੀ ਟ੍ਰੈਡੀਸ਼ਨ ਔਰ ਪੂਰੀ ਯਾਤਰਾ ਨੂੰ ਦੇਖੋਗੇ ਤਾਂ ਇਸ ਪੂਰੀ ਸਿਵਲਾਈਜੇਸ਼ਨ ਦੀ ਹਿਸਟਰੀ ਸਾਡੇ ਮਸਤਿਸ਼ਕ ਵਿੱਚ, ਸਾਡੀ ਸਮ੍ਰਿਤੀਆਂ ਦੇ ਵਿੱਚ ਔਰ ਸਾਡੇ ਗਿਆਨ ਦੇ ਵਿੱਚ ਪਈ ਹੋਈ ਹੈ। ਤੇ ਇੰਨੀਆਂ ਕੁ ਗੱਲਾਂ ਕਰਕੇ ਮੈਂ ਤੁਹਾਡੇ ਤੋਂ ਵਿਦਾ ਲੈਣਾ। ਜੇ ਕੋਈ ਅੱਗੇ ਸਵਾਲ ਜਵਾਬ ਹੋਣਗੇ ਤਾਂ ਫਰਦਰ ਅਸੀਂ ਉਹਦੇ ਤੇ ਗੱਲਬਾਤ ਕਰ ਸਕਦੇ ਹਾਂ। ਬਹੁਤ ਬਹੁਤ ਧੰਨਵਾਦ। ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ ਸਰ। ਬੜੇ ਸੋਹਣੇ ਢੰਗ ਦੇ ਨਾਲ ਅਸੀਂ ਪੰਜਾਬ ਦੇ ਇੱਕ ਅਮੀਰ ਇਤਿਹਾਸ ਤੇ ਪੰਜਾਬ ਦੀ ਜਿਹੜੀ ਰਿਚ ਲੈਗੇਸੀ ਹੈ ਉਹਦੇ ਬਾਰੇ ਸਾਨੂੰ ਦੱਸਿਆ। ਐਂਡ ਇਹ ਜ਼ਰੂਰੀ ਹੈ ਕਿ ਪੰਜਾਬ ਦੀ ਜਿਹੜੀ ਇਹ ਲੈਗੇਸੀ ਇਸ ਨੂੰ ਧਿਆਨ ਦੇ ਨਾਲ ਜਿਹੜਾ ਉਹ ਦੇਖਣ ਦੀ ਲੋੜ ਹੈ। ਇਤਿਹਾਸ ਦੇ ਵਿੱਚ ਬਹੁਤ ਸਾਰੇ ਫੈਕਟਸ ਨੇ ਪੰਜਾਬ ਦੇ ਇਤਿਹਾਸ ਦੇ ਵਿੱਚ ਜਿਨ੍ਹਾਂ ਨੂੰ ਧਿਆਨ ਦੇ ਨਾਲ ਪੜ੍ਹਨ ਦੀ ਜ਼ਰੂਰਤ ਹੈ। ਐਂਡ ਹਿਸਟਰੀ ਆਫ ਪੰਜਾਬ ਨੂੰ ਅਸੀਂ ਕਿਸ ਤਰੀਕੇ ਨਾਲ ਸਮਝ ਸਕਦੇ ਹਾਂ, ਇਹ ਇੱਕ ਇੰਪੋਰਟੈਂਟ ਜਿਹੜਾ ਉਹ ਕੁਐਸਚਨ ਹੈ। ਠੀਕ ਹੈ। ਐਂਡ ਲੈਕਚਰ ਇਜ਼ ਓਪਨ ਫॉर ਕੁਐਸਚਨਸ। ਕਿਸੇ ਦਾ ਕੋਈ ਸਵਾਲ ਹੋਵੇ ਤਾਂ ਅਸੀਂ ਸਰ ਨੂੰ। ਹਾਂਜੀ ਸਰ। ਹੈਲੋ ਸਰ। ਹਾਂਜੀ ਹਾਂਜੀ, ਪਲੀਜ਼ ਇੱਕ ਕਰਕੇ ਪੁੱਛਣ ਸਾਰੇ। ਪਹਿਲਾਂ ਸਰਾਜ ਸਿੰਘ ਜੀ ਨੇ, ਉਹ ਪਲੀਜ਼ ਆਪਣਾ ਕੁਐਸਚਨ। ਹਾਂਜੀ ਸਰ। ਹਾਂਜੀ ਸਰ। ਹਾਂਜੀ ਹਾਂਜੀ ਹਾਂਜੀ, ਬੋਲੋ ਸਰਾਜ ਜੀ, ਬੋਲੋ ਜੀ। ਹਾਂਜੀ ਸਰ, ਮੈਂ ਪੁੱਛਣਾ ਚਾਹੁੰਦਾ ਸੀ, ਜਿਵੇਂ ਸਰ ਨੇ ਗੱਲ ਕੀਤੀ ਸੀ ਵੀ ਜਿਹੜਾ ਸਾਡਾ ਪੰਜਾਬ ਦਾ ਇਤਿਹਾਸ ਹੈ ਉਹ ਦੀਆਂ ਜੜ੍ਹਾਂ ਜਿਹੜੀਆਂ ਰਿਗਵੇਦ ਤੱਕ ਜਾ ਜੁੜੀਆਂ, ਇਹ ਗੱਲ ਬਿਲਕੁਲ ਪ੍ਰਮਾਣਿਤ ਸੱਚ ਹੈ। ਰਿਗਵੇਦ ਤੋਂ ਹੁੰਦਿਆਂ ਹੋਇਆਂ ਹੌਲੀ ਹੌਲੀ ਜਿਵੇਂ ਸਮਾਂ ਬੀਤਦਾ ਗਿਆ, ਸਿੰਧੂ ਘਾਟੀ ਸਭਿਅਤਾ ਹੌਲੀ ਹੌਲੀ ਮਤਲਬ ਉਹਦੀ ਪਹਿਲੀ ਰਚਨਾ ਜਿਹੜੀ ਪੰਜਾਬ ਦੀ ਧਰਤੀ ਤੇ ਹੋਈ ਸੀਗੀ। ਤੇ ਨਾਥਾਂ ਜੋਗੀਆਂ ਦਾ ਸਾਹਿਤ, ਭਗਤੀ ਦਾ ਸਾਹਿਤ, ਸੰਤ ਬਾਣੀਆਂ ਦਾ ਸਾਹਿਤ, ਇਹ ਜਿਹੜੀਆਂ ਵਿਦਾਵਾਂ ਚੱਲਦੀਆਂ ਗਈਆਂ ਸਰ, ਇਹਨਾਂ ਦੀ ਜਿਹੜੀ ਵਿਚਾਰਧਾਰਾ ਸੀ ਉਹ ਅੰਤ ਆ ਕੇ ਗੁਰਮਤਿ ਕਾਵਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਸਮਾਪਤ ਹੋ ਗਈ। ਉਹਨਾਂ ਵਿਚਾਰਧਾਰਾਵਾਂ ਦੀ ਜਾਂ ਜੋ ਵੀ ਧਾਰਾ ਚੱਲ ਰਹੀਆਂ ਸੀ, ਉਹਨਾਂ ਦੇ ਵਿਚਾਰਧਾਰਾ ਸੀ ਸਾਡੀ ਜ਼ਿੰਦਗੀ, ਸਾਡੇ ਜਨ ਜੀਵਨ ਦਾ ਇੱਕ ਮੂਲ ਸਿਧਾਂਤ ਨੇ। ਸਾਡੀ ਸੰਸਕ੍ਰਿਤੀ, ਸਾਡੇ ਸੱਭਿਆਚਾਰ ਦਾ ਇੱਕ ਤਾਜ ਮੰਨੇ ਜਾਂਦੇ ਨੇ ਇਹ ਗ੍ਰੰਥ।
ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਉਹ ਗੁਰਮਤਿ ਕਾਵਿ ਦੇ ਨਾਲ ਬਿਲਕੁਲ ਮੈਚ ਕਰਦੀ ਹੈ, ਬਿਲਕੁਲ ਮੈਚ ਕਰਦੀ ਹੈ। ਪਰ ਕਿਤੇ ਕਿਤੇ ਸਾਨੂੰ ਵੇਖਦੇ ਹਾਂ ਵੀ ਗੁਰਮਤਿ ਕਾਵਿ ਦੇ ਵਿੱਚ ਅਸੀਂ ਮਤਲਬ ਵੀ ਨਿਰਗੁਣ ਤੇ ਸਰਗੁਣ ਧਾਰਾ ਨੂੰ ਜੇ ਵੇਖਦੇ ਹਾਂ, ਨਿਰਗੁਣ ਪੱਖ ਨੂੰ ਵੇਖਦੇ ਹਾਂ, ਇੱਕ ਈਸ਼ਵਰਵਾਦੀ ਹੈ ਵੀ ਅਸੀਂ ਉਹਨਾਂ ਵਿਦਾਵਾਂ ਦੀ ਵਿਚਾਰਧਾਰਾ ਨੂੰ ਗੁਰਮਤਿ ਕਾਵਿ ਦੇ ਵਿੱਚ ਮੈਚ ਕਰ ਲਿਆ। ਪਰ ਉਸ ਸਮੇਂ ਜਿਵੇਂ ਮਹਾਂਭਾਰਤ ਦੀ ਗੱਲ ਕੀਤੀ ਗਈ ਸੀ, ਤਾਂ ਉਹਦੇ ਵਿੱਚ ਜਿਵੇਂ ਸਰਗੁਣ ਭਗਤੀ ਧਾਰਾ ਸੀਗੀ, ਅਸੀਂ ਗੁਰਮਤਿ ਕਾਵਿ ਦੇ ਵਿੱਚ ਆ ਕੇ ਉਸ ਚੀਜ਼ ਦਾ ਖੰਡਨ ਕਰੀ ਜਾ ਰਹੇ ਹਾਂ। ਹੁਣ ਇਹ ਚੀਜ਼ ਵੇਖਣ ਨੂੰ ਸਾਡੇ ਬਣਦਾ ਇੱਕ ਮਸਲਾ ਕਿ ਧਾਰਮਿਕ ਵਿਅਕਤੀ ਦੇ ਜਿਵੇਂ ਅਸੀਂ ਪੂਜਾ ਕਰਦੇ ਹਾਂ ਮੂਰਤੀ ਦੀ, ਉਹ ਗੁਰਮਤਿ ਕਾਵਿ ਦੇ ਵਿੱਚ ਉਸ ਚੀਜ਼ ਦਾ ਖੰਡਨ ਕੀਤਾ ਜਾ ਰਿਹਾ ਹੈ ਗੁਰਬਾਣੀ ਦੇ ਵਿੱਚ। ਤੇ ਦੂਸਰੇ ਪਾਸੇ ਅਸੀਂ ਵਿਚਾਰਧਾਰਾ ਗੁਰਬਾਣੀ ਦੇ ਵਿੱਚ ਉਹਨਾਂ ਦੀ ਅਪਣਾ ਰਹੇ ਹਾਂ, ਉਹਨਾਂ ਦੇ ਮੂਲ ਸਿਧਾਂਤਾਂ ਨੂੰ ਅਪਣਾ ਰਹੇ ਹਾਂ ਜਿਹੜੇ ਸਾਡੇ ਗੁਰਮਤਿ ਕਾਵਿ ਦੇ ਨਾਲ ਬਿਲਕੁਲ ਮੈਚ ਕਰਦੇ ਆ। ਇੱਥੇ ਮਸਲਾ ਬਣਦਾ, ਹੁਣ ਅਸੀਂ ਇਸ ਚੀਜ਼ ਨੂੰ ਧਾਰਮਿਕ ਪੱਖ ਤੋਂ ਵੇਖਦੇ ਸਾਨੂੰ ਅਲੱਗ ਕਰਦੀ ਨਜ਼ਰ ਆ ਰਹੀ ਹੈ। ਤੇ ਉਹਨਾਂ ਦੀ ਵਿਚਾਰਧਾਰਾ ਸਾਨੂੰ ਇੱਕ ਭਾਈਚਾਰੇ ਵਿੱਚ ਇੱਕ ਮਤਲਬ ਇਨਸਾਨੀਅਤ ਦੇ ਨਾਤੇ ਬੰਨਣ ਦਾ ਵਸੀਲਾ ਹੋ ਨਿਬੜਦੀ। ਹੁਣ ਅਸੀਂ ਕੀ ਵੇਖੀਏ ਸਰ? ਇਹ ਜਿਹੜਾ ਤੁਹਾਡਾ ਸਹਿਜ ਜੀ ਤੁਸੀਂ ਬਹੁਤ ਚੰਗਾ ਕੁਐਸਚਨ ਕੀਤਾ। ਮੇਰਾ ਜਿਹੜਾ ਨਾ ਬੜਾ ਇੰਟਰਸਟਿੰਗ ਹੈ ਇਹਦੇ ਵਿੱਚ ਵੈਦਿਕ ਵਿਗਿਆਨ ਨੂੰ ਕਿਸ ਤਰ੍ਹਾਂ ਸਮਝਦੇ ਹਾਂ, ਕਿਸ ਤਰ੍ਹਾਂ ਲੈਂਦੇ। ਠੀਕ ਹੈ, ਗੁਰਬਾਣੀ ਤੱਕ ਗੁਰਮਤਿ ਤੱਕ ਉਹਦਾ ਪ੍ਰਭਾਵ ਆਉਂਦਾ ਹੈ ਸ਼ੋਰ। ਕਈ ਜਗ੍ਹਾ ਅਸੀਂ ਨਾ ਚੀਜ਼ ਨੂੰ ਮਿਕਸ ਕਰ ਜਾਂਦੇ ਹਾਂ। ਹੁਣ ਦੇਖੋ ਜਿਹੜੀ ਵੈਦਿਕ ਪਰੰਪਰਾ ਨਾ, ਵੇਦ ਹੈ ਉਹ ਨਿਰਗੁਣ ਦੀ ਗੱਲ ਕਰਦੇ ਆ ਤੇ ਅਦਵੈਤ ਦੀ ਗੱਲ ਹੈ ਜਿਹੜੀ। ਹੁਣ ਜਿਹੜੀ ਗੁਰਬਾਣੀ ਹੈ ਉਹ ਅਦਵੈਤ ਨੂੰ ਲੈ ਕੇ ਹੀ ਚੱਲ ਰਹੀ ਹੈ, ਔਰ ਇਸ ਕਰਕੇ ਉਹ ਨਿਰਗੁਣ ਤੇ ਨਿਰਾਕਾਰ ਦੀ ਗੱਲ ਕਰਦੇ ਆ। ਠੀਕ ਹੈ, ਨਿਰਗੁਣ ਤੇ ਨਿਰਾਕਾਰ। ਹੁਣ ਜਿਹੜਾ ਇਹਦੇ ਵਿੱਚ ਮੂਰਤੀ ਵਾਲੀ ਗੱਲ ਤੁਸੀਂ ਕੀਤੀ ਵੀ ਸਨਾਤਨ ਉਹਦੇ ਵਿੱਚ ਮੂਰਤੀ ਦੀ ਵੀ ਗੱਲ ਹੈ, ਤਾਂ ਉਹ ਹੈਗਾ ਨਿਰਗੁਣ ਸਾਕਾਰ। ਹੁਣ ਜਿਹੜਾ ਨਿਰਗੁਣ ਸਾਕਾਰ ਤੇ ਨਿਰਗੁਣ ਨਿਰਾਕਾਰ, ਇਹਦੇ ਵਿੱਚ ਨਾ ਬਹੁਤ ਜ਼ਿਆਦਾ ਡਿਫਰੈਂਸ ਨਹੀਂ ਹੈ। ਕਿਉਂਕਿ ਜਦੋਂ ਤੁਸੀਂ ਕਿਸੇ ਤੇ ਧਿਆਨ ਲਗਾਉਣਾ, ਅਸੀਂ ਜਿਵੇਂ ਸਾਡੇ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਹੈ, ਅਸੀਂ ਜਦੋਂ ਬਾਣੀ ਦੀ ਗੱਲ ਕਰਦੇ ਨਾ, ਗੁਰੂ ਮਾਨਿਆ ਗ੍ਰੰਥ, ਤਾਂ ਅਸੀਂ ਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਬਾਣੀ ਨੂੰ ਤੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਗੁਰੂ ਦਾ ਸਾਕਾਰ ਰੂਪ ਮੰਨਦੇ। ਠੀਕ ਹੈ ਨਾ? ਹਾਂਜੀ ਸਰ। ਉਸ ਰੂਪ ਦੇ ਵਿੱਚ ਇਹਦੇ 'ਚ ਕੋਈ ਕੰਟਰਾਡਿਕਸ਼ਨ ਨਹੀਂ ਹੈ। ਜਿਹੜੀ ਕੰਟਰਾਡਿਕਸ਼ਨ ਹੈ ਨਾ, ਉਹ ਮੈਂ ਤੁਹਾਨੂੰ ਦੱਸਦਾ, ਉਹ ਇਸ਼ੂ ਹੈਗਾ ਨਿਰਗੁਣ ਤੇ ਸਰਗੁਣ ਦੇ ਵਿੱਚ। ਹਾਂਜੀ ਸਰ। ਜਿਹੜਾ ਅਬ੍ਰਾਹਮਿਕ ਟ੍ਰੈਡੀਸ਼ਨ ਹੈ, ਸਾਡੀ ਬ੍ਰਾਹਮਿਕ ਟ੍ਰੈਡੀਸ਼ਨ ਦੇ ਵਿੱਚ ਜਿਹੜਾ ਨਾ ਨਿਰਗੁਣ ਸਾਕਾਰ ਤੇ ਨਿਰਗੁਣ ਨਿਰਾਕਾਰ, ਇਹ ਦੋਨੋਂ ਹੀ ਹੈ। ਪਰ ਜਿਹੜਾ ਅਬ੍ਰਾਹਮਿਕ ਟ੍ਰੈਡੀਸ਼ਨ ਹੈ, ਉਹਦੇ ਵਿੱਚ ਸਰਗੁਣ ਨਿਰਾਕਾਰ, ਜਿਹੜਾ ਉਹਦੇ ਵਿੱਚ ਗੋਡ ਹੈ ਨਾ, ਜਿਹੜਾ ਗੋਡ ਦਾ ਕਨਸੈਪਟ ਹੈ, ਉਹ ਸਰਗੁਣ ਹੈ। ਠੀਕ ਹੈ ਨਾ? ਤੇ ਸਾਡੇ ਇੱਥੇ ਜਿਹੜਾ ਕਨਸੈਪਟ ਹੈ ਬ੍ਰਹਮ ਦਾ, ਉਹ ਜਿਹੜਾ ਮਤਲਬ ਬ੍ਰਹਮ ਦਾ ਸੰਕਲਪ, ਹਾਂਜੀ, ਮਤਲਬ ਈਸ਼ਵਰਵਾਦੀ ਮੰਨਿਆ ਗਿਆ। ਇਹ ਜਿਹੜਾ ਨਾ ਉਸ ਸੰਕਲਪ ਨੂੰ ਵੀ ਮੈਂ ਜਿੰਨੀ ਕੁ ਮੇਰੀ ਸੋਚ ਹੈ, ਜਿੰਨਾ ਕੁ ਮੈਂ ਪੜ੍ਹਿਆ ਇਹਨੂੰ, ਮੈਨੂੰ ਇਹ ਲੱਗਦਾ ਕਿ ਇਹ ਮਤਲਬ ਜੋ ਕਨਸੈਪਟ ਹੈ, ਜਦੋਂ ਦੱਖਣੀ ਓਂਕਾਰ ਦੇ ਵਿੱਚ ਕਹਿੰਦੇ ਨਾ ਕਿ ਓਂਕਾਰ ਬ੍ਰਹਮਾ ਉਤਪਤੀ, ਇਹਦਾ ਮਤਲਬ ਜਿਹੜਾ ਬ੍ਰਹਮ ਹੈ, ਬ੍ਰਹਮ ਦਾ ਪਸਾਰ ਹੈ, ਇਹ ਵੀ ਓਂਕਾਰ ਦੇ ਵਿੱਚੋਂ ਹੈ। ਓਂਕਾਰ ਮਤਲਬ ਉਹ ਦੈਟ ਸਾਊਂਡ ਆਫ ਰੈਜ਼ੋਨੈਂਸ ਜਿਹੜਾ ਨਾ ਹੁੰਦਾ, ਬ੍ਰਹਮਾ ਵਿਸ਼ਨੂੰ ਮਹੇਸ਼। ਹਾਂ, ਇਹ ਮਤਲਬ ਸਾਰੀ ਉਤਪਤੀ ਉਸ ਤੋਂ ਹੈ। ਤੇ ਜਿਹੜਾ ਇਹਨਾਂ ਤੋਂ ਉੱਪਰ ਹੈ ਉਹ ਪਾਰ ਬ੍ਰਹਮ ਹੈ। ਪਾਰ ਬ੍ਰਹਮ ਮਤਲਬ ਬਿਯੋਂਡ ਦੈਟ ਬ੍ਰਹਮ। ਸੋ ਉਹ ਨਿਰਗੁਣ ਹੈ। ਇਟ ਮੀਨਸ ਕਿ ਉਹ ਇੱਕ ਸਿਸਟਮ ਆਫ ਕ੍ਰੀਏਸ਼ਨ ਹੈ। ਜੇ ਪਾਰ ਬ੍ਰਹਮ ਨੂੰ ਤੁਸੀਂ ਦੇਖੋ ਨਾ, ਉਹ ਕੋਈ ਐਸੀ ਐਂਟੀਟੀ ਨਹੀਂ ਹੈ, ਇਟਸ ਅ ਸਿਸਟਮ ਆਫ ਕ੍ਰੀਏਸ਼ਨ। ਕ੍ਰੀਏਟ ਕਿਵੇਂ ਹੋਇਆ, ਇੱਕ ਉਹਦਾ ਇੱਕ ਸਿਸਟਮ ਹੈ ਜਿਹਨੂੰ ਅਸੀਂ ਮਾਈਂਡ ਦੇ ਵਿੱਚ ਕਨਸੈਪਚੁਅਲਾਈਜ਼ ਕਰ ਸਕਦੇ। ਓਕੇ ਸਰ, ਓਕੇ ਸਰ, ਥੈਂਕ ਯੂ ਸਰ, ਥੈਂਕ ਯੂ ਸੋ ਮਚ। ਓਕੇ, ਹੈਲੋ ਸਰ। ਇੱਕ ਕੁਐਸਚਨ ਅਸੀਂ ਹੋਰ ਲਵਾਂਗੇ। ਕਾਜਲ ਕਾਈਂਡਲੀ ਬਰੀਫ ਦੇ ਵਿੱਚ ਪਲੀਜ਼ ਪੁੱਛਣਾ, ਸਾਡੇ ਕੋਲ ਟਾਈਮ ਦੀ ਕਮੀ ਹੈ। Good afternoon, sir. So myself Kajal, and I am a student of BA final year from DSCW. Sir, I have one question for you. That how both historical and geographical factors influence the diversity of our Punjab? Actually, ਤੁਸੀਂ ਰਿਪੀਟ ਕਰੋ ਕਿ ਆਵਾਜ਼ ਨਾ ਤੁਹਾਡੀ ਕੱਟ ਰਹੀ ਸੀਗੀ।
Sir, how both historical and geographical factors influence or affect the diversity of our Punjab? हाँ ठीक ਇਹ ਕੁਐਸਚਨ ਜਿਹੜਾ ਤੁਹਾਡਾ ਹੈ ਨਾ ਇਹ ਬਹੁਤ ਡਿਟੇਲ ਦੇ ਵਿੱਚ ਐਕਸਪਲੇਨ ਕੀਤਾ ਜਾ ਸਕਦਾ ਉਹ ਮੰਗਦਾ ਹੈ ਜਿਹੜੀ ਜੀਓਗ੍ਰਾਫੀ ਹੈ ਨਾ ਜੀਓਗ੍ਰਾਫੀਕਲ ਜਿਹੜਾ ਏਰੀਆ ਉਹਨੂੰ ਡਿਫਾਈਨ ਕਰਨਾ ਤੇ ਉਸ ਜੀਓਗ੍ਰਾਫੀ ਦੇ ਵਿੱਚ ਹੀ ਜੋ ਅਸੀਂ ਇੱਕ ਤਰ੍ਹਾਂ ਦੀ ਸਿਵਲਾਈਜੇਸ਼ਨ ਜਾਂ ਕਲਚਰ ਡਿਵੈਲਪ ਹੋ ਰਿਹਾ ਹਿਸਟਰੀ ਉਹਦੇ ਵਿੱਚੋਂ ਹੀ ਉਹਨੂੰ ਜਿਹੜੀ ਨਾ ਉਸ ਬਾਉਂਡਰੀ ਦੇ ਅੰਦਰ ਅਸੀਂ ਉਹਨੂੰ ਡਿਫਾਈਨ ਕਰ ਸਕਦੇ ਉਸ ਏਰੀਆ ਦੀ ਪੰਜਾਬ ਜਿਹੜਾ ਹੈ ਇਹਦਾ ਹਿਸਟਰੀ ਜਿਹੜਾ ਜੀਓਗ੍ਰਾਫੀ ਚੇਂਜ ਹੁੰਦੀ ਰਹੀ ਹੈ ਕਿਸੇ ਟਾਈਮ ਇਹ 7 ਨਦੀਆਂ ਹੁੰਦੀਆਂ ਸੀਗੀਆਂ ਔਰ 7 ਤੋਂ ਪਹਿਲਾਂ ਵੀ ਇਹਦਾ ਜਿਹੜਾ ਇੱਕ ਏਰੀਆ ਜੇ ਤੁਸੀਂ ਮੰਨਦੇ ਹੋ ਕਿ ਰਾਖੀ ਗੜੀ ਤੇ ਬੜਰਾਣਾ ਔਰ ਜਿਹੜੇ ਹੋਰ ਵੀ ਸਾਈਟਸ ਜਿਹੜੀਆਂ ਪ੍ਰੈਜ਼ੈਂਟ ਟਾਈਮ ਦੇ ਵਿੱਚ ਹੈ ਈਵਨ ਜੇ ਰਾਜਸਥਾਨ ਦਾ ਹੈ ਇਹ ਕਿੱਥੋਂ ਆ ਗਏ ਕਿੱਥੋਂ ਇਹ ਬਣਦੇ ਆ ਇਹਦੇ ਵਿੱਚ ਜੀਓਗ੍ਰਾਫੀ ਬਹੁਤ ਵੱਡਾ ਪਲੇ ਕਰਦੀ ਹੈ ਰੋਲ ਜੇ ਤੁਸੀਂ ਹਿਮਾਲਯਨ ਸਟੱਡੀਜ਼ ਦੇ ਵਿੱਚ ਥੋੜਾ ਜਿਹਾ ਤੁਹਾਡਾ ਇੰਟਰਸਟ ਹੋਵੇ ਤਾਂ ਦੇਖੋ ਕਿ ਸਭ ਤੋਂ ਜਿਹੜਾ ਨਾ ਯੰਗ ਮਾਊਂਟੇਨ ਰੇਂਜ ਉਹ ਹਿਮਾਲਿਆਸ ਹੈ ਔਰ ਇੱਥੇ ਦੇ ਜਿਹੜੇ ਗਲੇਸ਼ੀਅਰ ਸੀਗੇ ਔਰ ਜਿੰਨੀਆਂ ਵੀ ਰਿਵਰਸ ਹੈ ਨਾ ਇਹ ਸਾਰੀਆਂ ਗਲੇਸ਼ੀਅਲ ਰਿਵਰਸ ਸੀਗੀਆਂ ਪਾਣੀ ਸਾਰਾ ਜਿਹੜਾ ਨਾ 7 ਨਦੀਆਂ ਦਾ ਗਲੇਸ਼ੀਅਰਸ ਤੋਂ ਆਉਂਦਾ ਸੀਗਾ ਔਰ ਜਿਹੜਾ ਸੈਂਟਰ ਪੁਆਇੰਟ ਅਰਾਊਂਡ ਮਾਨਸਰੋਵਰ ਹੈ ਸਾਰੇ ਜਿਹੜੇ ਨਾ ਇਹਨਾਂ ਦਾ ਪੁਆਇੰਟ ਉੱਥੋਂ ਬਣਦਾ ਤੇ ਉੱਥੋਂ ਨਦੀਆਂ ਜਿਹੜੀਆਂ ਨਾ ਨਿਕਲ ਕੇ ਨੀਚੇ ਵੱਲ ਆਉਂਦੀਆਂ ਨੇ ਔਰ ਅੱਜ ਵੀ ਸਿੰਧੂ ਵਗੈਰਾ ਜਿਹੜੀਆਂ ਨਦੀਆਂ ਨਾ ਉੱਧਰੋਂ ਦੀ ਆ ਰਹੀਆਂ ਪਾਣੀ ਘਟ ਗਿਆ ਸੋ ਇਹ ਗਲੇਸ਼ੀਅਰ ਜਿਹੜੇ ਹੈ ਕਦੇ ਸ਼ਿਵਾਲਿਕ ਔਰ ਚੰਡੀਗੜ੍ਹ ਉਹ ਜਿਹੜੇ ਪਹਾੜ ਨੀਚੇ ਤੱਕ ਆ ਰਹੇ ਨੇ ਤੁਸੀਂ ਉਹਨਾਂ ਦੀ ਸ਼ੇਪ ਦੇਖੋ ਤਾਂ ਕਿਵੇਂ ਉਹ ਰੂਟ ਐਸਾ ਜਿਹੜਾ ਅੰਬਾਲੇ ਵਾਲੇ ਪਾਸੇ ਹੁੰਦਾ ਜਿੱਥੋਂ ਦੀ ਸਰਸਵਤੀ ਦਾ ਸੀ ਉਹ ਰੀਟਰੈਕਟ ਕਰਕੇ ਪਿੱਛੇ ਪਿੱਛੇ ਜਾਂਦੇ ਹੁਣ ਬਹੁਤ ਅਪਰ ਹਿਮਾਲਿਆ ਦੇ ਵਿੱਚੋਂ ਰਹਿ ਗਏ ਨੇ ਔਰ ਹੁਣ ਵੀ ਸੀਜ਼ਨਲ ਜਿਹੜੇ ਨੇ ਉਹ ਗਲੇਸ਼ੀਅਰ ਬਣਦੇ ਆ ਉਹ ਗਲੇਸ਼ੀਅਰ ਦੇ ਨਾਲ ਇੱਕ ਟਾਈਮ ਦੇ ਵਿੱਚ ਜਦੋਂ ਸਰਸਵਤੀ ਰਿਵਰ ਦੇ ਵਿੱਚ ਇੱਕ ਐਸਾ ਰਪਚਰ ਆਉਂਦਾ ਹੈ ਤਾਂ ਉਹਦਾ ਪੂਰਾ ਯਮੁਨਾ ਵਾਲੇ ਪਾਸੇ ਜਿਹੜਾ ਨਾ ਟਰਨ ਹੋ ਜਾਂਦਾ ਤਾਂ ਉਹ ਸੁੱਕ ਜਾਂਦੀ ਹੈ ਜ਼ਮੀਨ ਦੇ ਅੰਦਰ ਚਲੀ ਜਾਂਦੀ ਹੈ ਸੋ ਇਹਦੇ ਕਰਕੇ ਪੂਰੀ ਸਿਵਲਾਈਜੇਸ਼ਨ ਉੱਥੋਂ ਸ਼ਿਫਟ ਕਰਦੀ ਹੈ ਸੋ ਜੋ ਜੀਓਗ੍ਰਾਫੀਕਲ ਚੇਂਜਸ ਆਉਂਦੇ ਹੈ ਜੋ ਵੀ ਆਸ-ਪਾਸ ਕਦੇ ਸੁੱਕਾ ਪੈ ਗਿਆ ਡੈਫੀਨਿਟਲੀ ਜੋ ਪਾਣੀ ਨੀਰਾ ਸੁੱਕਾ ਪੈ ਗਿਆ ਔਰ ਪੂਰਾ ਦਾ ਪੂਰਾ ਜਿਹੜਾ ਏਰੀਆ ਉੱਥੋਂ ਦੀ ਮੂਵ ਹੋ ਗਿਆ ਜਿਹਦੇ ਕਰਕੇ ਹੜੱਪਾ ਦੀ ਪੂਰੀ ਜਿਹੜੀ ਸਿਵਲਾਈਜੇਸ਼ਨ ਉਹ ਮੂਵ ਹੋ ਜਾਂਦੀ ਹੈ ਟੂਵਰਡਸ ਜੇ ਉਹਨੂੰ ਕਹੀਏ ਤਾਂ ਆਪਾਂ ਯਮੁਨਾ ਵਾਲੇ ਪਾਸੇ ਚਲੀ ਗਈ ਅੱਗੇ ਫਰਦਰ ਗੰਗਾ ਵਾਲੇ ਪਾਸੇ ਚਲੀ ਗਈ ਸੋ ਇਹ ਮੂਵਮੈਂਟ ਹੈ ਨਾ ਉਹ ਉਸ ਏਰੀਆ ਨੂੰ ਫਲੂਇਡ ਉਹਦੇ ਵਿੱਚ ਰੱਖਦੀ ਹੈ ਟ੍ਰਾਂਜੀਸ਼ਨ 'ਚ ਰੱਖਦੀ ਹੈ ਸੋ ਜੀਓਗ੍ਰਾਫੀ ਔਰ ਹਿਸਟਰੀ ਇਹ ਜਿਹੜਾ ਜੀਓਗ੍ਰਾਫੀਕਲ ਏਰੀਆ ਜਿਵੇਂ ਜਿਵੇਂ ਉਹਦੇ ਵਿੱਚ ਉਹਨੂੰ ਚੇਂਜ ਕਰਦਾ ਨਾ ਜੀਓਗ੍ਰਾਫੀਕਲ ਕੰਡੀਸ਼ਨਸ ਤਾਂ ਉਹਦੀ ਹਿਸਟਰੀ ਦੇ ਵਿੱਚ ਡੈਫੀਨਿਟਲੀ ਉਹਦੇ ਉੱਤੇ ਅਸਰ ਪਏਗਾ ਹੀ ਪਏ ਉਹ ਪੈਂਦਾ ਹੀ ਹੈ Thank you, sir. Finally, Amit sir कुछ कह रहे I हैं. have a question to ask. Just a minute, please. Amit sir कुछ कहना चाहते हैं. Amit sir, do you want to ask something? Sir, good morning, sir. Good afternoon, sir. Rajendra sir. मैं बड़े ही गौर से सुन रहा हूँ आपके बड़े ही शांत शब्दों में आपने बहुत ही गंभीर बातें भी कही इसमें जो कि संबंधित है नाम और आइडेंटिटी एंड सतनाम को भी आपने बड़े ही ब्यूटीफुली इसको आइडेंटिटी से कनेक्ट कर दिया पंजाब के लोगों को तो ये बड़ा सा बहुत ही गहरा जैसे कि गुरु नानक देव जी कहते हैं मेरी आवाज आ रही है आपको सर हाँ जी आ रही है गुरु नानक देव जी कहते हैं कि मतलब मैंने बहुत सारी व्याख्याएं सुनी ओंकार की नाम की इस पर लेकिन ये पहली बार ये मुझे समझ में आया कि ये आइडेंटिटी से भी कनेक्टेड है लोगों के या पंजाब के लोगों से जैसे गुरु नानक देव जी कहते हैं नानक नाम जहाज है चढ़े सो सकते पार तो या कहते हैं नाम तुम्हारी नाम का चढ़ी रहे दिन रात ये बार बार ये शब्द में आता रहता है या एक ओंकार सत्यनाम और इसको बोला तो ये आइडेंटिटी से कनेक्टेड है फिर इसको ऐसे कैसे व्याख्या करेंगे कि नाम नानक नाम जहाज है चढ़े सोचते पार तो कहीं ना कहीं इसको ऐसे लग रहा है कि ये आइडेंटिटी से भी कुछ गहरा भी अर्थ रखता है और कहीं ना कहीं स्पिरिचुअल साल्वेशन और मुक्ति की बात गुरु नानक देव जी कह रहे हैं दूसरा सर आपने कहा कि वेदों में निरंकार की बात की गई है तो मुझे लगता है कि सर निरंकार से वेदांत कनेक्टेड है
बिल्कुल आकार की बात करते हैं और संसार की बात कर रहे हैं। मैंने ऋग्वेद थोड़ा पढ़ा भी हुआ है, ऋग्वेद और अथर्ववेद। तो उसमें सांसारिक चीजों पे ज्यादा जोर है, निरंकार तो आता है उपनिषदों से शुरू होता है। तो ये दो चीजें मुझे थोड़ा सा आपका मार्गदर्शन चाहिए था इन दोनों चीजों में, कि कृपया इसको बताएं कि क्या है हाँ जी, डॉक्टर अमित जी, पहली बात तो ये कि जो गुरु नानक वाणी से रिलेटेड आपने दो शब्दों की बात की ना, तो बेसिकली वो गुरु नानक की नहीं, वो गुरु ग्रंथ साहब की नहीं, वो कच्ची वाणी कहते हैं। साइड बाय साइड जो चल रहा होता है ना, मतलब वो एक डिवोशनल, जैसे भक्त हैं भक्ति में, तो वो कहेंगे कि आप इनके साथ लग जाओ, आप भी तर जाओ। सो उसमें वो अलग फील है, उसका ज्ञान से उतना रिलेशन नहीं जितना भक्ति से है। मुझे लगता है आप समझ गए। मुझे मालूम था कि जपूजी साहब गुरु नानक देव जी द्वारा लिखा गया है। जब वेद से बाहर निकले वो सुल्तानपुर लोधी में, तो पहला जो उन्होंने स्टेटमेंट दिया था, बोला था एक ओंकार सतनाम करता पुरख, और ये सारा जपूजी साहब ने, और ये भी गुरु नानक देव का है कि नानक नाम जहाज है चढ़े सूत्रे पार। नहीं नहीं नहीं, ये उनका नहीं, और नाम एसोसिएटेड है इससे, इसलिए मुझे लगा। हाँ वो बाद में ना, जिसको कई बार कहते हैं कि कच्ची वाणी, मतलब ये कहीं रजिस्टर्ड नहीं है, लेकिन वैसे प्रेवलेंट उसमें मिल जाती है। और दूसरा आपने कहा ना निरंकार वाली, निराकार जिसको मैं बोल रहा था, और साकार वाली बातें, अच्छी बात है कि वेद, ऋग्वेद और इसकी स्टडी कर लेना डायरेक्ट, क्योंकि वो जिस मंत्र भाषा में है, मुझे लगता नहीं कि मैं इतनी जल्दी उसको पढ़ पाऊंगा। तो उसके लिए ब्राह्मण ग्रंथ और जो उपनिषद है, आई थिंक उसकी कमेंट्री जो है ना, उसकी अद्वैत वाली जो उपनिषदों में मिलती है, और जो ब्राह्मण ग्रंथ है जो वेदों को ही समझा रहे हैं बेसिकली। आप जानते हैं कि 4 वेद, बेसिकली वेद तो एक है तो ऋग्वेद। उसको अगर गायन में है या म्यूजिक में है या रागों में है, तो वो सामवेद बन गया। सो अलग अलग उसके पार्ट वैसे बन गए, तो मैंने उस हिसाब से समझा। लेकिन जो शंकर ने वैदिक इसको समझाया, जो निराकार और मतलब अद्वैत की बात जो की ना, आइडिया अद्वैत का आइडिया, क्योंकि जब हम मिडीवल टाइम में वाणी की बात करते हैं ना, गुरु नानक टाइम पे, तो उस टाइम पे उन्होंने किस आइडिया को अपनी वाणी के लिए चुना। वो एक टाइम ऐसा था जब एक क्राइसिस का टाइम था। बाबर वाणी में देखिए, तो उन्होंने हिंदुस्तान को एड्रेस किया। हिंदुस्तान कोई एक पर्टिकुलर रिलीजन की प्लेस नहीं थी। वहां पर जो हिंदुस्तान को वो एड्रेस कर रहे हैं ना, वो मीनिंग है एक सिविलाइजेशन का। वो सिविलाइजेशन जिसकी अपनी एक धर्म ट्रेडिशन है। धर्म ट्रेडिशन मतलब आप तो खैर इसमें बिल्कुल जाने के होंगे, आपको ज्यादा एक्सप्लेन करने की जरूरत मैं नहीं। ये जानना चाहता था। कोई और क्वेश्चन अगर है किसी का, तो जल्दी से प्लीज ब्रीफ में अगर पूछ लें तो। गुड आफ्टरनून सर। हाँ जी, गुड आफ्टरनून। ਹਾਂ ਸਰ, ਮੈਂ ਪੁੱਛਣਾ ਚਾਹਣੀ ਹੈ ਕਿ ਤੁਸੀਂ ਜ਼ਿਕਰ ਕੀਤਾ ਸੀ ਰਮਾਇਣ ਦਾ, ਜਿਹਦੇ ਵਿੱਚ ਅਸੀਂ ਰਾਮ ਤੇ ਰਾਵਣ ਦੀ ਗੱਲ ਕੀਤੀ ਗਈ ਆ। ਰਾਮ ਦੇ ਵਿੱਚ ਤਾਂ ਅਸੀਂ ਜੋ ਸਾਰੇ ਜਾਣੇ ਰਾਮ ਜੀ ਬਾਰੇ ਤਾਂ ਅਸੀਂ ਬਹੁਤ ਸਭ ਕੁਝ ਜਾਣਦੇ ਆ ਕਿ ਉਹਨਾਂ ਦੇ ਚੰਗੇ ਪੱਖ ਨੂੰ ਜਾਣਦੇ ਆ, ਪਰ ਸਾਨੂੰ ਸਿਰਫ ਜਦੋਂ ਵੀ ਕਿਸੇ ਦੱਸਿਆ ਜਾਂਦਾ ਜਾਂ ਦਿਖਾਇਆ ਜਾਂਦਾ ਜਿਹਦੇ ਵਿੱਚ ਰਾਵਣ ਨੂੰ ਸਿਰਫ ਇੱਕ ਬੁਰੇ ਪੱਖ ਨਾਲ ਹੀ ਸੰਬੰਧਿਤ ਕੀਤਾ ਜਾਂਦਾ, ਜਦਕਿ ਅਜਿਹਾ ਨਹੀਂ ਹੈ। ਉਹਨਾਂ ਨੇ ਵੀ ਸ਼ਿਵ ਦੇ ਭਗਤ ਸਨ, ਉਹਨਾਂ ਨੇ ਵੀ ਸ਼ਿਵ ਦੀ ਭਗਤੀ ਕੀਤੀ ਸੀ। ਉਹ ਪਹਿਲਾਂ ਇੱਕ ਬਹੁਤ ਚੰਗੇ ਇਨਸਾਨ ਸਨ। ਕੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੇ ਇਸ ਪੱਖ ਨੂੰ ਵੀ ਜਾਣਨਾ ਹਿਸਟਰੀ ਦੇ ਵਿੱਚ ਬੱਚਿਆਂ ਦੇ ਲਈ ਇਤਿਹਾਸਕ ਕਿਤਾਬਾਂ ਏਦਾਂ ਦੀਆਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਬਾਰੇ ਉਹਨਾਂ ਨੂੰ ਇਸ ਪੱਖ ਬਾਰੇ ਵੀ ਪਤਾ ਲੱਗੇ? ਤੁਸੀਂ ਨਾ ਐਗਜ਼ੈਕਟਲੀ ਉਹੀ ਗੱਲ ਕੀਤੀ ਹੈ ਜਿਹੜੀ ਮੈਂ ਕਹੀ ਹੈ। ਜਿਹੜੇ ਅਸੀਂ ਰਾਮਾਇਣ ਨੂੰ ਇੱਕ ਇਤਿਹਾਸ ਦੇ ਤੌਰ ਤੇ ਲੈਂਦੇ ਨਾ, ਤਾਂ ਉਹਦੇ ਵਿੱਚ ਡੈਫੀਨੇਟਲੀ ਰਾਮਾਇਣ ਦੇ ਵਿੱਚ ਰਾਵਣ ਨੂੰ ਸ਼ੁਰੂ ਤੋਂ ਹੀ ਇੱਕ ਨੈਗੇਟਿਵ ਪਾਤਰ ਦੇ ਤੌਰ ਤੇ ਨਹੀਂ ਬਿਲਡ ਕਰਦੇ ਉਹਦੇ ਵਿੱਚ। ਹਾਂ ਬਿਲਕੁਲ, ਆਈ ਐਗਰੀ। ਲੇਕਿਨ ਇਹ ਜਿਹੜੀ ਇਸ਼ੂ ਤੁਸੀਂ ਉੱਠ ਚੁੱਕਿਆ ਨਾ, ਇਹ ਹੈਗਾ ਪ੍ਰੈਜ਼ੈਂਟ ਟਾਈਮ ਦਾ। ਪ੍ਰੈਜ਼ੈਂਟ ਟਾਈਮ ਦੇ ਵਿੱਚ ਕਿਹੜੀ ਇੱਕ ਸਾਡੀ ਪੋਲੀਟੀਕਲ ਕੰਪਲਸ਼ਨਸ ਆ ਗਈਆਂ, ਜਾਂ ਕਿਹੜਾ ਸਾਡੀ ਸੰਕੀਰਣਤਾ ਆ ਗਈ ਮਾਈਂਡ 'ਚ, ਕਿ ਅਸੀਂ ਉਸ ਇਤਿਹਾਸ ਨੂੰ ਹਿਸਟਰੀ ਦੇ ਤੌਰ 'ਚ ਇੱਕ ਜਿਹਦੇ ਵਿੱਚ ਇੱਕ ਨਾਇਕ ਹੋਏਗਾ ਤੇ ਇੱਕ ਖਲਨਾਇਕ ਹੋਏਗਾ ਹੀ ਹੋਏਗਾ। ਅਸੀਂ ਆਪਣੀ ਇੱਕ ਨੈਰੇਟਿਵ ਪੋਜੀਸ਼ਨ ਬਦਲ ਲਈ। ਸਾਨੂੰ ਇੱਕ ਜਿਹੜਾ ਸਾਡਾ ਮਾਈਂਡ ਹੈ ਨੈਰੇਟਿਵ ਨੂੰ ਲੈਣ ਦਾ,
ਉਹਦੇ ਪੈਰਾਮੀਟਰਸ ਬਦਲ ਗਏ, ਉਹਦਾ ਫਰੇਮਵਰਕ ਬਦਲ ਗਿਆ, ਅਸੀਂ ਉਹਦੇ ਵਿੱਚ ਉਹਨੂੰ ਨੈਗੇਟਿਵ ਹੀ ਦੇਖ ਰਹੇ ਹਾਂ ਸਿਰਫ। ਸੋ ਇਸ ਕਰਕੇ ਕਿਹਾ ਸੀ ਕਿ ਬੇਸਿਕ ਜਿਹੜਾ ਓਰੀਜਨਲੀ ਇਤਿਹਾਸ ਦਾ ਇੱਕ ਟੈਸਟਿੰਗ ਸਟੋਨ ਹੈ ਉਹ ਹੁੰਦਾ ਧਰਮਾ ਸੈਂਟਰਡ। ਉਹਦੇ ਵਿੱਚ ਇਸ ਤਰ੍ਹਾਂ ਦੀ ਨੈਗੇਟਿਵ ਜਿਹੜੀ ਚੀਜ਼ ਹੈ ਉਹਦੀ ਟੈਸਟਿੰਗ ਇੱਕ ਡਿਫਰੈਂਟ ਫਰੇਮਵਰਕ ਦੇ ਵਿੱਚ ਹੁੰਦੀ ਹੈ। ਆਈ ਐਗਰੀ ਕਿ ਹਰ ਪੱਖ ਦੇ ਵਿੱਚ ਉਹਨੂੰ ਦੱਸਣਾ ਵੀ ਚਾਹੀਦਾ ਹੈ। ਜਦੋਂ ਅਸੀਂ ਪ੍ਰੈਜ਼ੈਂਟ ਸੀਤਾ ਦੀ ਗੱਲ ਕਰਦੇ ਹਾਂ, ਇੱਕ ਫੈਮਿਨਿਸਟ ਉਹਦਾ ਅਸੀਂ ਉਹਦੀ ਕ੍ਰਿਟਿਕ ਵੀ ਕਰਦੇ ਹਾਂ ਕਿ ਉਹਨੂੰ ਇਸ ਤਰ੍ਹਾਂ ਹੋਇਆ, ਲੇਕਿਨ ਜੋ ਉਹ ਸਮਾਂ ਸੀਗਾ ਉਸ ਵੇਲੇ ਇੱਕ ਮਰਿਆਦਾਵਾਂ ਜੋ ਸੀ ਉਹਦੇ ਵਿੱਚ ਜੇ ਉਹਨੂੰ ਦੇਖੀਏ ਤਾਂ ਉਹਦੇ ਵਿੱਚ ਜਸਟੀਫਿਕੇਸ਼ਨ ਮਿਲ ਵੀ ਜਾਏਗੀ ਤੇ ਉਹਨੂੰ ਓਪਨ ਵੀ ਛੱਡ ਦਿੱਤਾ ਗਿਆ, ਕਿਉਂਕਿ ਜੋ ਸੀਤਾ ਦੇ ਨਾਲ ਹੋਇਆ ਉਹਨਾਂ ਕੁ ਹੀ ਰਾਮ ਨੂੰ ਉਹਦਾ ਜਿਹੜਾ ਨਾ ਭੁਗਤਣਾ ਵੀ ਪਿਆ। ਤੇ ਇਸ ਚੀਜ਼ ਦਾ ਇੱਕ ਜਿਹੜਾ ਰਪਚਰ ਔਰ ਕਰੈਕਸ਼ਨ ਜਿਹੜੀ ਹੈ ਨਾ ਉਹ ਦਰਜ ਹੁੰਦੀ ਹੈ ਮਹਾਭਾਰਤ ਟਾਈਮ ਦੇ ਵਿੱਚ, ਜਿਸ ਵੇਲੇ ਉਹਦੇ ਵਿੱਚ ਭਗਵਤ ਗੀਤਾ 'ਚ ਕ੍ਰਿਸ਼ਨ ਸਾਰੀਆਂ ਮਰਿਆਦਾਵਾਂ ਨੂੰ ਤੋੜਦੇ ਆ। ਇਸ ਕਰਕੇ ਕ੍ਰਿਸ਼ਨ ਨੂੰ ਨਾ ਜੇ ਅਸੀਂ ਰਾਮ ਨੂੰ ਮਰਿਆਦਾ ਪੁਰਸ਼ੋਤਮ ਕਹਿੰਦੇ ਆ ਤਾਂ ਕ੍ਰਿਸ਼ਨ ਨੂੰ ਅਸੀਂ ਮਰਿਆਦਾ ਭੰਜਕ ਕਹਿੰਦੇ ਆ, ਕਿਉਂਕਿ ਉਹਨਾਂ ਨੇ ਪੁਰਾਣੀਆਂ ਜਿਹੜੀਆਂ ਸਿਸਟਮ ਸੀਗੀਆਂ ਮਰਿਆਦਾਵਾਂ ਸੀ ਨਾ ਉਹਨੂੰ ਬ੍ਰੇਕ ਕਰਕੇ ਇੱਕ ਨਵਾਂ ਸਿਸਟਮ ਜਿਹੜਾ ਨਾ ਉਹ ਇਸੇ ਚਿਤਰਾਉਂਦੇ। ਤੇ ਇਹ ਕੰਟੀਨਿਊਟੀ ਸਾਡੀ ਜਿਹੜੀ ਹੈ ਨਾ ਹਿਸਟਰੀ ਦੇ ਵਿੱਚ ਸਾਨੂੰ ਸਮਝ ਆਉਂਦੀ ਹੈ ਕਿ ਕਿਵੇਂ ਸਾਡੇ ਇਤਿਹਾਸ 'ਚ ਪਹਿਲਾਂ ਇੱਕ ਮਰਿਆਦਾਵਾਂ ਦੇ ਉੱਤੇ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਸੀ ਤੇ ਉਹਦੇ 'ਚ ਧਰਮ ਦਾ ਸਰੂਪ ਜਿਹੜਾ ਨਾ ਉਹ ਟੈਸਟਿੰਗ ਸਟੋਨਸ ਕਰਮ ਦੇ ਉੱਤੇ ਕਿਵੇਂ ਚੇਂਜ ਹੋ ਜਾਂਦਾ ਹੈ। ਥੈਂਕ ਯੂ। Okay, sir. Thank you, sir. ਧੰਨਵਾਦ ਸਰ, ਧੰਨਵਾਦ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। Your lecture was very interesting and very interactive. Thank you sir, thank you so much. Thank you, thank you, thank you. Okay, then I would like to invite Dr. Pooja Prashar, head of the department, Desmaj College, head of the department of history, Desmaj College, to vote of thanks. Pooja ma'am. Thank you, Rajkumar sir. Although it was very erratic and engaging session, thank you to our resource persons. But just spare 2 more minutes because it is a big responsibility on me. It's not only the coordinator or moderators, but there is a huge team behind who had put their heart and soul to make this webinar possible. So first of all, I will start from the top. I'm very much thankful to our fatherly figure, our secretary of Desmaj Society, Shriman Nirmal Singh Ji Dhillon. He always give us those inspiring words which are based on moral values. Simple, putting in one sentence, I'll say he always tells that any job without moral values is like a flower without fragrance. And sir, we try to follow these principles. Second, I am thankful to Secretary Desmaj College of Women, Dr. Madhu Parashar. Thank you, ma'am, for inspiring us to enhancing our capabilities. So thank you so much. Next, I am thankful to our respected principal, ma'am, Dr. Ramnita Saini Sharda, ma'am. She's the personality who was very strong pillar of this webinar. Whenever I had any problem, I just go to gate crash in her office and used to take her precious time. Always, she not only listened me carefully, but give me solution to every problem. So thank you, ma'am, for being such a strong support. And next, I am thankful to administrative team, Ghai sir, Vikas sir, then Gagan sir for helping me. Then I am thankful to Department of Computers, the head of the department, Sanjeev Akkar sir, Rajesh sir, Shivam sir, Vijay sir for clearing all the technical hassles. And the next important, the personalities without whom this webinar was not possible are the dignitaries, all of them, whether it's professor, that eminent professor from US or from UK, or Ravinder sir, Sandhya ma'am, Veena ma'am, all of them, they contributed a great deal to make this webinar successful. One thing I just want to accept here, when we chose our team of Department of History, we chose the topic, we were little worried because whenever we talk about Punjab history, either we are shown in the political aspect or in a religious aspect. So we were it was our aim that this webinar should touch the all dimensions
of Punjab history and give a wider aspect to our students, because although our students from +1 till masters, they are studying history of Punjab, but it is our personal observation that it is not that much wider, or they have not given that kind of a different aspect, you know, in journal when they are doing their masters or their bachelor degree. But through this webinar, I'm very much sure, as being the coordinator, that it not only enhanced the knowledge of the listeners, but it also give a very in-depth knowledge related to all the topics which our resource persons shared today. So each, with my core of my heart, I'm thankful to all of you dignitaries, all the resource persons, whether it was the midnight in US or early morning in UK. All of them, they were with us. They shared their knowledge, honesty with us, listened all questions, queries, and give the answer very peacefully. Thank you. Thank you so much to all of you. Last but not the least, I'm thankful to the audience, because